ਸਵਈਆ ਛੰਦ ਮਗ ਉਲੰਗ ਸੁਤਦਰਵ ਤਟ ਆਏ ਤਰੀ ਤਰੀ ਪਰ ਵੈਗੇ ਪਾਰ ਗਨ ਨੋਕਾ ਹਿਤ ਲਸ਼ਕਰ ਇਕੱਠੀ ਬੋ ਕੇਵਟ ਮਿਲ ਦਏ ਉਤਾਰ ਸਨੇ ਸਨੇ ਵਿੱਚ ਦੇਸ਼ ਦੁਆਬੇ ਕਰਤ ਸੈਰ ਕੋ ਪੰਥ ਮਝਾਰ ਤੀਰ ਬਿਪਾਸਾ ਕੇ ਚੱਲ ਪਹੁੰਚਿਓ ਤਿਸ ਦਿਨ ਹਿਆ ਪਰ ਭਾ ਅਸਵਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਇਕੱਤਰ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਲਤਾ ਪ੍ਰਤੀ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਜੁੜ ਕੇ ਸਤਿਗੁਰਾਂ ਦੇ ਦਰ ਘਰ ਦੀ ਪਵਿੱਤਰ ਕਥਾ ਸਰਵਣ ਕਰ ਰਹੇ। ਦੀਵਾਨ ਚੰਦੂ ਔਰ ਬਾਬਾ ਪ੍ਰਿਥੀ ਚੰਦ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਖਿਲਾਫ ਕਈ ਤਰ੍ਹਾਂ ਦੀਆਂ ਵਿਉਂਤਾਂ ਗੁੰਦ ਰਹੇ ਨੇ। ਚੰਦੂ ਪ੍ਰਿਥੀ ਚੰਦ ਨੂੰ ਹੌਸਲਾ ਦਿੰਦਾ ਹੈ, ਤੂੰ ਫਿਕਰ ਨਾ ਕਰ, ਮੈਂ ਕਿਸੇ ਤਰੀਕੇ ਬਾਦਸ਼ਾਹ ਨੂੰ ਜਦੋਂ ਲਾਹੌਰ ਲੈ ਕੇ ਆਵਾਂਗਾ ਉੱਥੇ ਆ ਕੇ ਗੁਰੂ ਅਰਜਨ ਦੇਵ ਸਾਹਿਬ ਦਾ ਪੂਰਾ ਪ੍ਰਬੰਧ ਕਰਾਂਗਾ। ਜਾਂ ਉਹਨਾਂ ਕੋਲੋਂ ਆਪਣੀ ਗੱਲ ਮਨਾਵਾਂਗਾ ਜਾਂ ਫਿਰ ਉਹਨਾਂ ਨੂੰ ਸਦਾ ਲਈ ਮੁਕਾ ਦਿਆਂਗਾ। ਚੰਦੂ ਰੋਜ਼ ਮੌਕਾ ਤਾੜਦਾ ਬਾਦਸ਼ਾਹ ਨਾਲ ਗੱਲ ਕਰਨ ਲਈ। ਆਖਰਕਾਰ ਇੱਕ ਦਿਨ ਗਰਮੀਆਂ ਦੇ ਦਿਨਾਂ ਵਿੱਚ ਬਾਦਸ਼ਾਹ ਨਾਲ ਗੱਲ ਕਰਦਿਆਂ ਕਹਿੰਦਾ, ਬਾਦਸ਼ਾਹ ਕਿਤਨੀ ਗਰਮੀ ਹੈ, ਤੈਨੂੰ ਇਹਨਾਂ ਦਿਨਾਂ ਵਿੱਚ ਕਸ਼ਮੀਰ ਜਾਣਾ ਚਾਹੀਦਾ, ਉੱਥੇ ਦੀ ਸਰਦ ਆਬੋ ਹਵਾ ਦਾ ਆਨੰਦ ਮਾਣਨਾ ਚਾਹੀਦਾ। ਤੇਰੇ ਜਿਹੜੇ ਵੱਡੇ ਵਡੇਰੇ ਬਾਦਸ਼ਾਹ ਸਨ ਉਹ ਵੀ ਜਾਇਆ ਕਰਦੇ ਸੀ, ਪਰ ਤੂੰ ਇੱਥੇ ਦਿੱਲੀ ਵਿੱਚ ਹੀ ਰਹਿਣਾ। ਖੜਿਆ ਪਾਣੀ ਜਿਵੇਂ ਸੜਾਣ ਪੈਦਾ ਕਰ ਦਿੰਦਾ, ਏਦਾਂ ਬਾਦਸ਼ਾਹ ਇੱਕ ਜਗ੍ਹਾ ਤੇ ਖਲੋਤਾ ਰਹੇ ਤਾਂ ਉਹਦੀ ਪਰਜਾ ਵਿਗੜ ਜਾਂਦੀ, ਉਹਦਾ ਦੇਸ਼ ਵਿਗੜ ਜਾਂਦਾ। ਚੰਦੂ ਦੀ ਇਹ ਗੱਲ ਬਾਦਸ਼ਾਹ ਨੇ ਮੰਨ ਲਈ ਔਰ ਦਿੱਲੀੋਂ ਚੱਲਣ ਦੀ ਤਿਆਰੀ ਕਰ ਲਈ। ਅੱਧੀ ਫੌਜ ਦਿੱਲੀ ਛੱਡ ਦਿੱਤੀ ਤੇ ਅੱਧੀ ਫੌਜ ਆਪਣੇ ਨਾਲ ਲੈ ਕੇ ਦਿੱਲੀੋਂ ਚੱਲ ਪਿਆ। ਚੰਦੂ ਬੜਾ ਖੁਸ਼ ਹੈ ਕਿ ਮੇਰੀ ਮਨ ਭਾਉਂਦੀ ਹੋ ਰਹੀ ਹੈ। ਇਹ ਚੱਲਦਾ ਚੱਲਦਾ ਸਤਲੁਜ ਦਰਿਆ ਦੇ ਕੰਢੇ ਪਹੁੰਚਿਆ। ਫੌਜ ਦੇ ਸਮੇਤ ਸਤਲੁਜ ਦਰਿਆ ਪਾਰ ਕੀਤਾ ਹੈ ਔਰ ਦੁਆਬੇ ਦੇ ਇਲਾਕੇ 'ਚ ਵਿਚਰ ਰਿਹਾ। ਸਤਲੁਜ ਤੇ ਬਿਆਸ ਦੇ ਵਿਚਕਾਰਲਾ ਜਿਹੜਾ ਇਲਾਕਾ ਹੈ ਦੁਆਬੇ ਦਾ, ਉੱਥੋਂ ਲੰਘਦਾ ਜਾ ਰਿਹਾ। ਕਦੇ ਸ਼ਿਕਾਰ ਖੇਡਦਾ, ਕਦੇ ਪਾਲਕੀ ਤੇ ਸਵਾਰ ਹੁੰਦਾ, ਕਦੇ ਘੋੜੇ ਤੇ ਸਵਾਰ ਹੁੰਦਾ ਬਾਦਸ਼ਾਹ। ਇਹ ਚੱਲਦਾ ਚੱਲਦਾ ਬਿਆਸ ਦਰਿਆ ਦੇ ਕੰਢੇ ਤੇ ਪਹੁੰਚਿਆ। ਆਓ ਇੱਥੇ ਤੱਕ ਆਪਾਂ ਕੱਲ ਕਥਾ ਵਿਚਾਰੀ ਸੀ, ਇੱਥੋਂ ਅੱਗੇ ਕਥਾ ਦੀ ਲੜੀ ਪ੍ਰਾਰੰਭ ਕਰੀਏ। ਸਤਿਗੁਰਾਂ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ
ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਚੰਦ ਮਗ ਉਲੰਗ ਸੁਤਦਰਵ ਤਟ ਆਏ। ਇਹ ਸਾਰਾ ਪੈਂਡਾ ਤੈਅ ਕਰਦਾ ਹੋਇਆ ਬਾਦਸ਼ਾਹ ਆਪਣੀ ਫੌਜ ਦੇ ਸਮੇਤ ਬੜੇ ਬੜੇ ਵੱਡੇ ਅਹਿਲਕਾਰ ਅਫਸਰਾਂ ਦੇ ਸਮੇਤ ਦੀਵਾਨ ਚੰਦੂ ਨੂੰ ਨਾਲ ਲੈ ਕੇ ਸਤਲੁਜ ਦਰਿਆ ਦੇ ਕੰਢੇ ਤੇ ਪਹੁੰਚਿਆ ਹੈ। ਤਰੀ ਤਰੀ ਪਰ ਹੋਏਗੇ ਪਾਰ। ਬਹੁਤ ਸਾਰੀਆਂ ਕਿਸ਼ਤੀਆਂ ਬੇੜੀਆਂ ਬੇੜੇ ਉਹਨਾਂ ਤੇ ਸਵਾਰ ਹੋ ਕੇ ਇਹਨਾਂ ਨੇ ਸਤਲੁਜ ਦਰਿਆ ਪਾਰ ਕੀਤਾ ਹੈ। ਗਨ ਨੋਕਾ ਹਿਤ ਲਸ਼ਕਰ ਇਕੱਠੀ। ਬਹੁਤ ਸਾਰਾ ਵੱਡਾ ਲਸ਼ਕਰ ਸੀ, ਫੌਜਾਂ ਹਜ਼ਾਰਾਂ ਦੇ ਲੱਖਾਂ ਦੇ ਹਿਸਾਬ ਨਾਲ ਬਾਦਸ਼ਾਹ ਦੇ ਨਾਲ ਸਨ। ਉਹਨਾਂ ਨੂੰ ਪਾਰ ਕਰਨ ਵਾਸਤੇ ਬਹੁਤ ਸਾਰੀਆਂ ਬੇੜੀਆਂ ਚਾਹੀਦੀਆਂ ਸੀ। ਇਲਾਕੇ ਦੀਆਂ ਜਿੰਨੀਆਂ ਬੇੜੀਆਂ ਸਨ ਜਾਂ ਵੱਡੇ ਬੇੜੇ ਸਨ, ਉਹ ਸਾਰੇ ਬੇੜੀਆਂ ਤੇ ਬੇੜੇ ਲਿਆ ਕੇ ਇਹਨਾਂ ਨੇ ਸਾਰੀ ਫੌਜ ਨੂੰ ਸਤਲੁਜ ਦਰਿਆ ਤੋਂ ਪਾਰ ਉਤਾਰਿਆ ਹੈ। ਬੋ ਕੇਵਟ ਮਿਲ ਦਏ ਉਤਾਰ। ਇਹ ਕੰਮ ਬਹੁਤ ਸਾਰੇ ਮਲਾਹਾਂ ਨੇ ਰਲ ਕੇ ਕੀਤਾ ਹੈ। ਸਨੇ ਸਨੇ ਵਿੱਚ ਦੇਸ਼ ਦੁਆਬੇ। ਸਨੇ ਸਨੇ ਸਹਿਜੇ ਸਹਿਜੇ ਦੁਆਬੇ ਦੇ ਦੇਸ਼ ਵਿੱਚ ਕਰਤ ਸੈਰ ਕੋ ਪੰਥ ਮਝਾਰ। ਇਹ ਰਸਤੇ ਵਿੱਚ ਸੈਰ ਕਰਦੇ ਜਾਂਦੇ ਨੇ ਔਰ ਬਹੁਤ ਸਾਰਾ ਇਲਾਕਾ ਦੁਆਬੇ ਦਾ ਵੇਖਦਾ ਜਾ ਰਿਹਾ ਹੈ। ਤੀਰ ਬਿਪਾਸਾ ਕੇ ਚੱਲ ਪਹੁੰਚਿਓ। ਚਲਦਿਆਂ ਚਲਦਿਆਂ ਦੂਸਰਾ ਦਰਿਆ ਬਿਆਸ, ਬਿਆਸ ਦਰਿਆ ਦੇ ਕਿਨਾਰੇ ਤੇ ਬਾਦਸ਼ਾਹ ਪਹੁੰਚਿਆ ਹੈ। ਤਿਸ ਦਿਨ ਹਿਆ ਪਰ ਭਾ ਅਸਵਾਰ। ਜਦੋਂ ਇਹ ਬਿਆਸ ਦਰਿਆ ਦੇ ਕਿਨਾਰੇ ਦੇ ਨੇੜੇ ਆਇਆ, ਉਸ ਦਿਨ ਬਾਦਸ਼ਾਹ ਜਹਾਂਗੀਰ ਸੁਭਾਵਕ ਘੋੜੇ ਤੇ ਸਵਾਰ ਹੋਇਆ। ਅੱਗੇ ਪਿੱਛੇ ਕਦੇ ਹਾਥੀ ਤੇ ਸਵਾਰ ਹੋਇਆ ਆ ਰਿਹਾ ਸੀ, ਕਦੇ ਪਾਲਕੀ ਵਿੱਚ, ਕਦੇ ਰੱਥ ਵਿੱਚ। ਅੱਜ ਇਹਦਾ ਮਨ ਕੀਤਾ ਕਿ ਮੈਂ ਘੋੜੇ ਤੇ ਸਵਾਰੀ ਕਰਾਂ। ਬਿਆਸ ਦਰਿਆ ਦੇ ਕੋਲ ਜਦੋਂ ਪਹੁੰਚਿਆ, ਇੱਥੇ ਆ ਕੇ ਬਾਦਸ਼ਾਹ ਜਹਾਂਗੀਰ ਘੋੜੇ ਤੇ ਸਵਾਰ ਹੋਇਆ। ਕਰਨ ਅਖੇਰ ਪੰਥ ਕੋ ਛੋਰਿਓ। ਬਾਦਸ਼ਾਹ ਹੈ, ਬਾਦਸ਼ਾਹ ਲੋਕਾਂ ਦੀ, ਰਾਜੇ ਲੋਕਾਂ ਦੀ ਬਿਰਤੀ ਹੁੰਦੀ ਹੈ ਸ਼ਿਕਾਰ ਖੇਡਣਾ। ਇਹਨੇ ਵੀ ਸ਼ਿਕਾਰ ਖੇਡਣ ਵਾਸਤੇ ਵੀ ਬਿਆਸ ਦਰਿਆ ਦਾ ਕਿਨਾਰਾ, ਦੂਰ ਤੱਕ ਝਾੜ ਨੇ, ਜੰਗਲ ਨੇ, ਚੰਗਾ ਵਧੀਆ ਸ਼ਿਕਾਰ ਇੱਥੋਂ ਲੱਭ ਸਕਦਾ, ਮਿਲ ਸਕਦਾ ਹੈ। ਇਹ ਸ਼ਿਕਾਰ ਖੇਡਣ ਵਾਸਤੇ ਆਪਣੇ ਕੁਝ ਸ਼ਿਕਾਰੀਆਂ ਨੂੰ ਲੈ ਕੇ ਚੜਿਆ ਹੈ। ਉਮਰਾਵਨ ਕੁਛ ਲੇਕਰ ਸੰਗ। ਉਮਰਾਵ ਤੇ ਕੁਝ ਕੁ ਅਫਸਰ ਤੇ ਮੀਰ ਸ਼ਿਕਾਰੀ ਜਿਹੜੇ ਸ਼ਿਕਾਰ ਦਾ ਪ੍ਰਬੰਧ ਕਰਦੇ ਨੇ, ਉਹਨਾਂ ਨੂੰ ਆਪਣੇ ਨਾਲ ਲੈ ਕੇ ਇਹਨੇ ਚੜ੍ਹਾਈ ਕੀਤੀ ਹੈ। ਖੋਜਤ ਫਿਰਤ ਕੂਲ ਸਲਿਤਾ ਕੇ। ਬਿਆਸ ਦਰਿਆ ਦੇ ਕੰਢੇ ਦੇ ਉੱਤੇ ਝਾੜਾਂ ਦੇ ਵਿੱਚ, ਕਾਈ ਦੇ ਵਿੱਚ ਇਹ ਸ਼ਿਕਾਰ ਲੱਭਦੇ ਫਿਰਦੇ ਨੇ, ਸ਼ਿਕਾਰ ਦੀ ਭਾਲ ਕਰ ਰਹੇ ਹਨ। ਨਿਕਸੇ ਉਕਾਰੀ ਪਿਸ਼ਟ ਕੋ ਰੰਗ। ਇਤਨੇ ਨੂੰ ਕੀ ਵੇਖਦੇ ਨੇ ਕਿ ਕਾਲੀ ਪਿੱਠ ਵਾਲਾ, ਜਿਹਦੀ ਪਿੱਠ ਕਾਲੇ ਰੰਗ ਦੀ ਹੈ, ਇਹੋ ਜਿਹਾ ਇੱਕ ਹਿਰਨ ਕਾਲੀ ਪਿੱਠ ਵਾਲਾ, ਉਹ ਅਚਾਨਕ ਝਾੜ ਦੇ ਵਿੱਚੋਂ ਬਾਹਰ ਨੂੰ ਕੁੱਦ ਕੇ ਨਿਕਲਿਆ। ਜਹਾਂਗੀਰ ਜਬ ਕਰਿਓ ਬਿਲੋਕਨ। ਜਹਾਂਗੀਰ ਨੇ ਵੇਖਿਆ ਕਿ ਹਿਰਨ ਨਿਕਲਿਆ ਝਾੜ ਦੇ ਵਿੱਚੋਂ, ਇਹਦਾ ਸ਼ਿਕਾਰ ਖੇਡਣਾ ਹੈ। ਅਪਰ ਬਰਜ ਕੀਏ ਤੇਜ ਤੁਰੰਗ। ਇਹਨੇ ਬਾਕੀ ਸਾਰਿਆਂ ਨੂੰ ਵਰਗ ਦਿੱਤਾ, ਕਹਿੰਦਾ ਕਿਸੇ ਨੇ ਨਹੀਂ ਮਾਰਨਾ ਇਹਨੂੰ, ਮੈਂ ਮਾਰਨਾ, ਇਹਦਾ ਸ਼ਿਕਾਰ ਮੈਂ ਖੇਡਣਾ ਹੈ। ਆਪਣੇ ਨਾਲ ਦੇ ਸਾਰੇ ਅਹਿਲਕਾਰਾਂ ਅਫਸਰਾਂ ਨੂੰ ਵਰਜ ਕੇ ਇਹਨੇ ਆਪਣਾ ਘੋੜਾ ਤੇਜ਼ ਕੀਤਾ, ਕਿਉਂਕਿ ਹਿਰਨ ਬੜੀ ਤੇਜ਼ੀ ਨਾਲ ਦੌੜਦਾ ਹੈ ਤੇ ਜਿੰਨੀ ਤੇਜ਼ੀ ਨਾਲ ਦੌੜਦਾ ਉਹਦੇ ਨਾਲੋਂ ਦੁੱਗਣੀ ਤੇਜ਼ੀ ਹੋਵੇਗੀ ਘੋੜੇ ਦੇ ਦੌੜਨ ਦੀ, ਤਾਂ ਹੀ ਉਹਦਾ ਸ਼ਿਕਾਰ ਕੀਤਾ ਜਾ ਸਕਦਾ ਸੀ। ਤੋ ਬਾਦਸ਼ਾਹ ਨੇ ਬੜੀ ਤੇਜ਼ੀ ਨਾਲ ਘੋੜਾ ਦੌੜਾਇਆ, ਹਿਰਨ ਦਾ ਪਿੱਛਾ ਕੀਤਾ। ਬਲੀ ਬੇਗ ਤੇ ਬਯੋ ਬਾਯੂ ਸਮ। ਘੋੜਾ ਬੜਾ ਬਲਵਾਨ ਸੀ, ਘੋੜੇ ਨੂੰ ਆਖਰਕਾਰ ਬਾਦਸ਼ਾਹ ਦਾ ਘੋੜਾ ਸੀ,
ਦੇਸੀ ਘਿਓ ਦੀਆਂ ਨਿਹਾਰੀਆਂ ਦੇ ਦੇ ਕੇ ਘੋੜੇ ਨੂੰ ਬਲਵਾਨ ਕੀਤਾ ਹੋਇਆ ਸੀ। ਮਾਲਸ਼ਾਂ ਕਰ ਕਰਕੇ ਘੋੜਾ ਨਰੋਆ ਕੀਤਾ ਹੋਇਆ ਸੀ, ਬੜਾ ਤੇਜ਼ ਦੌੜਦਾ ਸੀ। ਇੰਨਾ ਬਲੀ ਸੀ ਕਿ ਪੂਰੇ ਬਲ ਦੇ ਨਾਲ ਘੋੜਾ ਦੌੜਿਆ, ਬਾਦਸ਼ਾਹ ਨੂੰ ਲੈ ਕੇ ਹਵਾ ਦੇ ਵਿੱਚ ਉੱਡ ਗਿਆ। ਮਿਲਤ ਜਾਤ ਪਾਛੇ ਹਿਤ ਭੰਗ। ਉਹ ਘੋੜਾ ਹਿਰਨ ਦਾ ਪਿੱਛਾ ਕਰਦਾ ਜਾ ਰਿਹਾ ਹੈ, ਹਿਰਨ ਦੇ ਨੇੜੇ ਪਹੁੰਚਣ ਵਾਸਤੇ ਯਤਨ ਕਰ ਰਿਹਾ ਹੈ। ਬਿਕਮ ਸਥਲ ਆਗੇ ਕੁਛ ਆਇਵ। ਦਰਿਆ ਦਾ ਕਿਨਾਰਾ ਸੀ, ਉਬੜ ਖੂਬੜ ਰਾਹ ਸੀ। ਅਚਾਨਕ ਅੱਗੇ ਕੋਈ ਉਬੜ ਖੂਬੜ ਰਸਤਾ ਆਇਆ, ਕੋਈ ਟੋਆ ਆਇਆ। ਬਾਜੀ ਕੀ ਨਸ ਦੀਰਘ ਛਾਲ। ਜਿਹੜਾ ਟੋਆ ਸੀ ਉਹਦੇ ਤੋਂ ਘੋੜੇ ਨੇ ਉੱਚੀ ਛਾਲ ਮਾਰੀ ਟੱਪਣ ਵਾਸਤੇ ਟੋਏ ਤੋਂ। ਜਦੋਂ ਉੱਚੀ ਜੀ ਛਲਾਂਗ ਮਾਰੀ ਘੋੜੇ ਨੇ, ਜਹਾਂਗੀਰ ਅਵਨੀ ਪਰ ਗਿਰ ਗਾ। ਬਾਦਸ਼ਾਹ ਘੋੜੇ ਤੇ ਬੈਠਾ, ਇਹਦੇ ਕੋਲੋਂ ਆਪਣਾ ਆਪ ਸੰਭਾਲਿਆ ਨਹੀਂ ਗਿਆ ਤੇ ਘੋੜੇ ਤੋਂ ਧੜਮ ਦੇ ਕੇ ਥੱਲੇ ਡਿੱਗ ਪਿਆ। ਘੋੜੇ ਨੇ ਜਦੋਂ ਛਾਲ ਮਾਰੀ ਬੜੇ ਜ਼ੋਰ ਨਾਲ ਤੇ ਬਾਦਸ਼ਾਹ ਜਿਹੜਾ ਸੀ ਉਹ ਘੋੜੇ ਤੋਂ ਥੱਲੇ ਡਿੱਗ ਪਿਆ। ਲਗੀ ਲਾਤ ਪਰ ਚੋਟ ਵਿਸਾਲ। ਇਹਦੀ ਲੱਤ ਦੇ ਉੱਤੇ ਸੱਟ ਲੱਗ ਗਈ, ਉਦਾਂ ਬਚਾਅ ਹੋ ਗਿਆ ਇਹਦਾ, ਪਰ ਇਹਦੀ ਲੱਤ ਦੇ ਉੱਤੇ ਥੋੜੀ ਜੀ ਚੋਟ ਲੱਗ ਗਈ। ਸੰਗਨ ਗਇਓ ਦੌੜ ਕੈ ਤਤ ਛਿਨ। ਇਹਨੇ ਨੂੰ ਇਹਦੇ ਨਾਲ ਦੇ ਜਿਹੜੇ ਸੰਗੀ ਦੌੜ ਕੇ ਆਏ ਭੱਜ ਕੇ, ਉਹਨਾਂ ਨੇ ਆ ਕੇ ਬਾਦਸ਼ਾਹ ਨੂੰ ਚੁੱਕਿਆ, ਬਾਦਸ਼ਾਹ ਨੂੰ ਪਕੜਿਆ। ਸਨਮਾਨਤ ਬੋਲੀ ਨ ਉਠਾਲ। ਔਰ ਬਾਦਸ਼ਾਹ ਦਾ ਬੜਾ ਸਨਮਾਨ ਕਰਕੇ ਉਹਨੂੰ ਉਸੇ ਵੇਲੇ ਉੱਥੋਂ ਚੁੱਕ ਲਿਆ। ਲਿਆਏ ਪਾਲਕੀ ਵਿਖੇ ਸੋ ਪਾਇਵ। ਪਾਲਕੀ ਨਾਲ ਹੀ ਸੀ ਬਾਦਸ਼ਾਹ ਦੀ। ਉਸੇ ਵਕਤ ਬਾਦਸ਼ਾਹ ਨੂੰ ਥੱਲਿਓਂ ਚੁੱਕਿਆ, ਲੱਤ ਤੇ ਚੋਟ ਵੱਜੀ ਸੀ ਬਾਦਸ਼ਾਹ ਦੇ। ਇਹਨੂੰ ਚੁੱਕ ਕੇ ਇਹਦੇ ਨਾਲ ਦੇ ਸਾਥੀਆਂ ਨੇ ਪਾਲਕੀ ਦੇ ਵਿੱਚ ਪਾ ਲਿਆ। ਸਨੇ ਸਨੇ ਗਮਨੇ ਤਿਸ ਕਾਲ। ਉਸ ਜਗ੍ਹਾ ਤੋਂ ਸਹਿਜੇ ਸਹਿਜੇ ਟੁਰ ਪਏ, ਚੱਲ ਪਏ। ਹਾਹਾਕਾਰ ਕਰੇ ਸਭ ਲਸ਼ਕਰ। ਸਾਰੇ ਲਸ਼ਕਰ ਵਿੱਚ ਹਾਹਾਕਾਰ ਮਚ ਗਈ ਕਿ ਬਾਦਸ਼ਾਹ ਸਲਾਮਤ ਅੱਜ ਘੋੜੇ ਤੋਂ ਡਿੱਗ ਪਏ ਨੇ। ਇੱਕਦਮ ਇਹਦੇ ਸਾਰੇ ਲਸ਼ਕਰ ਦੇ ਵਿੱਚ ਹਾਹਾਕਾਰ ਮਚ ਗਈ। ਹਜ਼ਰਤ ਗਿਰਿਓ ਸਹਾਏ ਖੁਦਾਏ। ਔਰ ਉਸ ਵਕਤ ਕਹਿੰਦੇ ਜੀ ਬਾਦਸ਼ਾਹ ਸਲਾਮਤ ਡਿੱਗ ਪਏ, ਇਹ ਤਾਂ ਖੁਦਾ ਨੇ ਉਹਦੀ ਮਦਦ ਕੀਤੀ ਹੈ, ਖੁਦਾ ਨੇ ਉਹਦੀ ਸਹਾਇਤਾ ਕੀਤੀ ਕਿ ਬਾਦਸ਼ਾਹ ਬਚ ਗਿਆ। ਚੰਦੂ ਨਿਕਟ ਗਇਓ ਕਰ ਬੰਧਨ। ਚੰਦੂ ਨੂੰ ਪਤਾ ਲੱਗਾ ਚਾਪਲੂਸ ਬੰਦੇ ਹੁੰਦੇ ਨੇ ਇਦਾਂ ਦੇ ਸੁਭਾਵਕ, ਵੱਡੇ ਲੋਕਾਂ ਨੂੰ ਕਿਤੇ ਸਰਦੀ ਕਰਕੇ ਮਾੜੀ ਜੀ ਨਿਛ ਵੀ ਆ ਜੇ ਰਾਜਨੀਤਿਕਾਂ ਨੂੰ ਤੇ ਚੇਲੇ ਚਪਟੇ ਅੱਗੇ ਪਿੱਛੇ ਦੌੜੇ ਫਿਰਦੇ, ਮਹਾਰਾਜ ਸੂਪ ਛਕੋ, ਆ ਲਿਆਂਦਾ ਕਾਵਾ ਤੁਹਾਡੇ ਲਈ, ਇਹ ਵੀ ਛਕੋ। ਇਸ ਪ੍ਰਕਾਰ ਦੇ ਨਾਲ ਉਹ ਚਾਪਲੂਸੀ ਕਰਨ ਵਾਲੇ ਬੰਦੇ ਅੱਗੇ ਪਿੱਛੇ ਦੌੜੇ ਫਿਰਦੇ। ਤੋ ਚੰਦੂ ਵੀ ਚਾਪਲੂਸਾਂ ਵਿੱਚੋਂ ਵੱਡਾ ਚਾਪਲੂਸ ਸੀ, ਚਮਚੇ ਕਹਿ ਸਕਦੇ ਆ, ਰਾਜਨੀਤਿਕ ਲੋਕਾਂ ਦੇ ਚਮਚੇ ਵੀ ਹੁੰਦੇ ਆ। ਇਹ ਵੱਡਾ ਚਮਚਾ ਸੀ ਉਹਦਾ। ਇਹ ਦੌੜਿਆ ਗਿਆ ਬਾਦਸ਼ਾਹ ਦੇ ਕੋਲ ਉਹਦੀ ਖੁਸ਼ਾਮਦ ਕਰਨ ਵਾਸਤੇ, ਇਹ ਜਣਾਉਣ ਵਾਸਤੇ ਵੀ ਸਭ ਤੋਂ ਜ਼ਿਆਦਾ ਦੁੱਖ ਜਿਵੇਂ ਚੰਦੂ ਨੂੰ ਹੀ ਹੋਇਆ ਹੋਵੇ ਇਹਦੀ ਪੀੜ ਦਾ, ਇਹਦੀ ਲੱਗੀ ਹੋਈ ਸੱਟ ਦਾ ਹੋਰ ਕਿਸੇ ਨੂੰ ਨਾ ਹੋਇਆ ਹੋਵੇ। ਤੋ ਇਹ ਬੜੀ ਛੇਤੀ ਨਾਲ, ਹਾਲਾਂਕਿ ਚੋਟ ਕਿੰਨੀ ਕੁ ਮਾੜੀ ਮੋਟੀ ਲੱਤ ਤੇ ਝਰੀਟ ਜੀ ਆਈ ਸੀ, ਕੋਈ ਬਹੁਤੀ ਸੱਟ ਨਹੀਂ ਸੀ ਲੱਗੀ ਬਾਦਸ਼ਾਹ, ਪਰ ਇਹ ਦੌੜਿਆ ਗਿਆ। ਚੰਦੂ ਨਾਲ ਦੇ ਹੋਏ ਦੇ ਕੁਝ ਹੋਰ ਅਹਿਲਕਾਰ ਵਜ਼ੀਰ ਉਹ ਵੀ ਗਏ। ਬਹੁਤ ਦਰਦ ਕੀ ਬਾਤ ਜਨਾਏ। ਬੜੇ ਵੱਡੇ ਡਾਢੇ ਦਰਦ ਦੀ ਬਾਤ ਜਣਾਈ, ਜਿਵੇਂ ਚੰਦੂ ਨੂੰ ਬੜਾ ਡਾਢਾ ਦੁੱਖ ਹੋਇਆ ਹੋਵੇ, ਮੱਥੇ ਤੇ ਇਹੋ ਜੀ ਸ਼ਿਕਨ ਜੀ ਲਿਆਂਦੀ ਹੋਈ, ਅੱਖਾਂ ਵੀ ਇਹਦੀਆਂ ਭਰਜੀਆਂ ਆਈਆਂ ਬਾਦਸ਼ਾਹ ਦੇ ਕੋਲ ਬਹਿ ਕੇ। ਬਾਦਸ਼ਾਹ ਸਲਾਮਤ, ਆ ਅਚਾਨਕ ਤੇਰੀ ਤੁਹਾਡੀ ਲੱਤ ਦੇ ਉੱਤੇ ਚੋਟ ਲੱਗ ਗਈ, ਸਾਡੇ ਤਾਂ ਤਰਾਹ ਨਿਕਲ ਗਏ, ਸਾਡੀ ਤਾਂ ਜਿੰਦ ਦੇ ਵਿੱਚੋਂ ਜਿੰਦ ਨਿਕਲ ਗਈ ਹੈ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਾ। ਸ਼ਾਹ ਦ੍ਰਿਸ਼ਟ ਇਸ ਕੀ ਦਿਸ਼ ਆਈ। ਬਾਦਸ਼ਾਹ ਨੇ ਚੰਦੂ ਵਾਲੇ ਪਾਸੇ ਵੇਖਿਆ। ਕਯੋ ਬਾਤ ਕਿਛ ਕਰੋ ਉਪਾਏ। ਬਾਦਸ਼ਾਹ ਕਹਿਣ ਲੱਗਾ, ਦੀਵਾਨ ਜੀ ਲੱਗਦਾ ਮੇਰੇ ਤੇ ਕਿਸੇ ਦੀ ਨਜ਼ਰ ਪੈ ਗਈ, ਨਜੂਮੀ ਨੂੰ ਸੱਦੋ, ਕਿਸੇ ਨੂੰ, ਕਿਸੇ ਜੋਤਸ਼ੀ ਨੂੰ ਸੱਦੋ। ਇਹ ਬੜਾ ਵਹਿਮੀ ਸੀ ਜਹਾਂਗੀਰ ਬਾਦਸ਼ਾਹ,
ਨਸ਼ੇੜੀ ਸੀ ਕਿਉਂਕਿ ਸ਼ਰਾਬ ਬੜੀ ਪੀਂਦਾ ਸੀ। ਸੁਭਾਵਕ ਹੈ ਜਿਹੜਾ ਬੰਦਾ ਕਿਸੇ ਨਸ਼ੇ ਦਾ ਆਦੀ ਹੁੰਦਾ ਉਹਦੇ ਅੰਦਰ ਵਹਿਮ ਦੀ ਬਿਰਤੀ ਜ਼ਿਆਦਾ ਹੁੰਦੀ। ਨਸ਼ੇੜੀ ਦੇ ਅੰਦਰ ਉਹ ਛੇਤੀ ਕਿਤੇ ਕਿਸੇ ਤੇ ਨਿਰਣਾ ਨਹੀਂ ਕਰ ਪਾਉਂਦਾ। ਇਹ ਕਹਿਣ ਲੱਗਾ ਜੀ ਕਿਸੇ ਜੋਤਸ਼ੀ ਨੂੰ ਸੱਦੋ ਵੀ ਅੱਜ ਮੈਨੂੰ ਲੱਗਦਾ ਕਿਸੇ ਦੀ ਨਜ਼ਰ ਲੱਗੀ ਹੈ, ਜਿਹੜੀ ਆ ਚੋਟ ਵੱਜੀ ਹੈ ਮੇਰੀ ਲੱਤ ਦੇ ਉੱਤੇ, ਲੱਤ 'ਚ ਦਰਦ ਹੋ ਰਹੀ ਹੈ। ਜੋਤਸ਼ੀ ਵੱਲ ਨਿਗਾਹ ਮਾਰੀ ਵੀ ਚੰਦੂ ਵੱਲ ਨਿਗਾਹ ਮਾਰੀ ਕਿ ਸੱਦੋ ਕਿਸੇ ਨਜੂਮੀ ਨੂੰ। ਜਨਮ ਕਿਤਾਬ ਨਜੂਮੀ ਸੋਦੇ, ਆਖਿਆ ਮੇਰੀ ਜਨਮ ਕੁੰਡਲੀ ਲਿਆਓ ਜਿਹੜੀ ਨਜੂਮੀ ਨੇ ਬਣਾਈ ਹੈ, ਵੀ ਉਸ ਜਨਮ ਕੁੰਡਲੀ ਦੇ ਵਿੱਚ ਮੇਰੀ ਇਸ ਜਿਹੜੀ ਸਮੱਸਿਆ ਅੱਜ ਆਈ ਹੈ ਇਹਦਾ ਕੋਈ ਜ਼ਿਕਰ ਹੈ ਵੀ ਅੱਗੇ ਤਾਂ ਨਹੀਂ ਕੋਈ ਹੋਰ ਇਦਾਂ ਦੀ ਵਿਪਤਾ ਆਉਣ ਵਾਲੀ ਮੇਰੇ ਵਾਸਤੇ? ਜੇ ਹੈ ਤਾਂ ਉਹਦਾ ਕੋਈ ਉਪਾਅ ਵੀ ਦੱਸੋ ਕਿ ਕਿਵੇਂ ਉਹਨੂੰ ਟਾਲਿਆ ਜਾ ਸਕਦਾ ਹੈ। ਕਿਸ ਕਾਰਨ ਤੇ ਮੈਂ ਦੁੱਖ ਪਾਏ, ਅੱਜ ਜਿਹੜੀ ਮੈਨੂੰ ਇਹ ਚੋਟ ਵੱਜੀ ਹੈ ਇਹਦਾ ਕਾਰਨ ਕੀ ਹੈ? ਇਹ ਵੀ ਲੱਭੋ ਜੋਤਿਸ਼ ਵਿਦਿਆ ਵਿੱਚੋਂ। ਮੇਰੀ ਜਨਮ ਪੱਤਰੀ ਮੰਗਾ ਕੇ ਮੇਰੀ ਉਹ ਜਿਹੜੀ ਜਨਮ ਪੱਤਰੀ ਆ ਉਹਦੇ ਵਿੱਚੋਂ ਚੰਗੀ ਤਰ੍ਹਾਂ ਖੋਜ ਕਰਕੇ ਵੇਖੋ, ਪੜਤਾਲ ਕਰੋ ਕਿ ਮੈਨੂੰ ਇਹ ਚੋਟ ਕਿਉਂ ਲੱਗੀ ਹੈ, ਇਹਦਾ ਕੀ ਕਾਰਨ ਹੈ। ਅਵਸਰ ਲਿਓ ਦੁਸ਼ਟ ਨੇ ਭਾਕਿਓ, ਚੰਦੂ ਨੂੰ ਤਾਂ ਇਹੀ ਮੌਕਾ ਚਾਹੀਦਾ ਸੀ, ਇਹਨੂੰ ਮੌਕਾ ਮਿਲ ਗਿਆ। ਉਸੇ ਵਕਤ ਤੇ ਦੁਸ਼ਟ ਬੋਲਿਆ, ਹਜ਼ਰਤ ਕਹਿ ਬੇ ਉਚਿਤ ਨਾ ਬਾਤ। ਕਹਿਣ ਲੱਗਾ ਬਾਦਸ਼ਾਹ ਸਲਾਮਤ ਕੀ ਕਹਾਂ, ਮੇਰੇ ਮੂੰਹ ਛੋਟਾ ਹੈ ਤੇ ਗੱਲ ਵੱਡੀ ਹੈ ਤੇ ਮੇਰਾ ਕਹਿਣਾ ਤਾਂ ਨਹੀਂ ਬਣਦਾ। ਕਹੋ ਕਹਾਂ ਨਿਸਤਸ ਕਰ ਲਾਗੇ। ਕਹਿਣ ਲੱਗਾ ਜੀ ਅੱਜ ਰਾਤ ਜਿੱਥੇ ਆਪਾਂ ਇੱਥੇ ਪੜਾ ਕੀਤਾ ਸੀ, ਰਾਤ ਨੂੰ ਚੋਰਾਂ ਨੇ ਕਿਤੇ ਚੋਰੀ ਕਰ ਲਈ ਤੁਹਾਡੇ ਤੰਬੂ ਚੋਂ। ਇਹ ਵੀ ਝੂਠਾ ਬਲੇਮ ਸੀ। ਜਾਣ ਬੁੱਝ ਕੇ ਚੰਦੂ ਨੇ ਆਪ ਹੀ ਉਹ ਜਨਮ ਪੱਤਰੀ ਚੋਰੀ ਕਰਵਾਈ ਕਿਸੇ ਆਪਣੇ ਬੰਦੇ ਕੋਲੋਂ, ਦੋਸ਼ ਆਰੋਪਣ ਵਾਸਤੇ ਗੁਰੂ ਘਰ ਤੇ ਕਿ ਇੱਥੇ ਗੁਰੂ ਅਰਜਨ ਸਾਹਿਬ ਨੇੜੇ ਰਹਿੰਦੇ ਨੇ, ਚੋਰ ਉਹਨਾਂ ਨੇ ਰੱਖੇ ਨੇ ਆਪਣੇ ਕੋਲ। ਇਹ ਦੋਸ਼ ਆਰੋਪਣ ਵਾਸਤੇ ਚੰਦੂ ਨੇ ਵਿਉਂਤ ਬਣਾਈ ਸੀ ਪਹਿਲਾਂ ਹੀ। ਕਹਿਣ ਲੱਗਾ ਜੀ ਕੀ ਕਰੀਏ, ਅੱਜ ਰਾਤ ਨੂੰ ਆਪਣੇ ਤੰਬੂ ਦੇ ਵਿੱਚ ਕੋਈ ਚੋਰ ਆਏ। ਹਾਲਾਂਕਿ ਉੱਥੇ ਲੱਖਾਂ ਦੇ ਹਿਸਾਬ ਨਾਲ ਫੌਜਾਂ ਸੀ, ਉੱਥੇ ਚੋਰ ਤਾਂ ਫੜ ਕੇ ਨਹੀਂ ਸੀ ਸਕਦਾ। ਬਾਦਸ਼ਾਹ ਦੇ ਤੰਬੂ ਚੋਂ ਕਿਹਨੇ ਚੋਰੀ ਕਰਨੀ? ਇਹ ਕਹਿਣ ਲੱਗਾ ਜੀ ਇੱਥੇ ਕੋਈ ਚੋਰ ਆਏ ਨੇ ਰਾਤ, ਉਹਨਾਂ ਨੇ ਚੋਰੀ ਕੀਤੀ ਹੈ। ਗਈ ਕਿਤਾਬ ਭਈ ਸੁਧ ਪ੍ਰਾਤ, ਤੁਹਾਡੀ ਜਿਹੜੀ ਜਨਮ ਪੱਤਰੀ ਆ ਉਹ ਨਾਲ ਹੀ ਚੋਰੀ ਕਰਕੇ ਲੈ ਗਏ। ਹੋਰ ਵੀ ਕਈ ਸਮਾਨ ਲੈ ਗਏ ਨੇ ਚੁੱਕ ਕੇ, ਉਹਦੇ ਵਿੱਚ ਤੁਹਾਡੀ ਜਨਮ ਪੱਤਰੀ ਸੀ, ਉਹ ਵੀ ਉਹ ਨਾਲ ਲੈ ਗਏ ਨੇ। ਇਸ ਕਰਕੇ ਹੁਣ ਤਾਂ ਔਖਾ ਵੀ ਤੁਹਾਡੀ ਜਨਮ ਪੱਤਰੀ ਨਹੀਂ ਰਹੀ, ਤੇ ਹੁਣ ਉਹਦੇ ਵਾਸਤੇ ਅੰਦਾਜ਼ਾ ਕਿਵੇਂ ਲਾਈਏ ਕਿ ਅੱਜ ਤੁਹਾਡੇ ਸੱਟ ਕਿਵੇਂ ਵੱਜੀ ਹੈ, ਕਿਉਂ ਵੱਜੀ ਹੈ। ਜਨਮ ਪੱਤਰੀ ਹੁੰਦੀ ਤੇ ਵੇਖ ਕੇ ਉਹਦੇ ਤੋਂ ਨਜੂਮੀ ਅੰਦਾਜ਼ਾ ਲਾ ਸਕਦਾ ਸੀ। ਅਪਰ ਦਰਬ ਸਾਮਗਰੀ ਕੇਤਕ, ਜਿੱਥੇ ਤੁਹਾਡੀ ਉਹ ਜਨਮ ਪੱਤਰੀ ਚੋਰੀ ਹੋਈ ਆ ਉਹਦੇ ਨਾਲ ਅੱਜ ਬਹੁਤ ਸਾਰੇ ਪੈਸੇ ਧਨ ਵੀ ਨਾਲ ਚੋਰੀ ਹੋਇਆ ਹੈ। ਪਾ ਨੁਕਸਾਨ ਆਜ ਕੀ ਰਾਤ, ਬਾਦਸ਼ਾਹ ਜਿਹੜੀ ਰਾਤ ਲੰਘ ਕੇ ਗਈ ਇਸ ਰਾਤ ਨੂੰ ਬੜਾ ਵੱਡਾ ਨੁਕਸਾਨ ਹੋਇਆ ਹੈ। ਬਹੁਤ ਚੋਰ ਇਸ ਦੇਸ਼ ਪਏ, ਆ ਜਿਹੜਾ ਇਲਾਕਾ ਅੱਗੇ ਮਾਝੇ ਦਾ ਇਹਦੇ ਵਿੱਚ ਬੜੇ ਚੋਰ ਨੇ। ਚੰਦੂ ਜਾਣ ਬੁੱਝ ਕੇ ਇਸ ਇਲਾਕੇ ਨੂੰ ਭੰਡ ਰਿਹਾ ਹੈ ਕਿਉਂਕਿ ਗੁਰੂ ਸਾਹਿਬ ਇਸ ਇਲਾਕੇ 'ਚ ਰਹਿੰਦੇ ਸੀ, ਮਾਝੇ ਦੇ ਇਲਾਕੇ 'ਚ। ਕਹਿੰਦਾ ਜੀ ਇਹ ਜਿਹੜਾ ਅੱਗੇ ਮਾਝੇ ਦਾ ਇਲਾਕਾ, ਇੱਥੇ ਬਹੁਤ ਸਾਰੇ ਚੋਰ ਵਸਦੇ ਹਨ। ਕਿਤ ਕੋ ਗਏ ਨ ਜਾਣੇ ਜਾਤ, ਪਤਾ ਨਹੀਂ ਉਹ ਚੋਰ ਚੋਰੀ ਕਰਨ ਆਏ, ਸਮਾਨ ਚੋਰੀ ਕੀਤਾ ਤੇ ਚੋਰੀ ਕਰਕੇ ਕਿੱਧਰ ਨੂੰ ਨਿਕਲ ਗਏ। ਉਹਨਾਂ ਦੇ ਪੈਰਾਂ ਦੀ ਪੈੜ ਤੱਕ ਨਹੀਂ ਲੱਭੀ ਸਵੇਰੇ, ਪਤਾ ਨਹੀਂ ਕਿਸ ਪਾਸੇ ਨੂੰ ਨਿਕਲ ਗਏ ਹਨ। ਸੁਨ ਹਜ਼ਰਤ ਮਤ ਬਿਸਮਤ ਅਤਸ਼ੈ, ਇਹ ਸੁਣ ਕੇ ਬਾਦਸ਼ਾਹ ਪਹਿਲਾਂ ਵੀ ਬੜਾ ਦੁਖੀ ਸੀ, ਹੁਣ ਸੁਣ ਕੇ ਹੋਰ ਦੁਖੀ ਹੋਇਆ ਤੇ ਬੜਾ ਹੈਰਾਨ ਹੋਇਆ। ਮੋਹੇ ਰਾਜ ਕਿਤ ਚੋਰ ਬਸੰਤ, ਤਾਂ ਮੇਰੇ ਰਾਜ ਦੇ ਵਿੱਚ ਚੋਰ ਵੀ ਵਸਦੇ ਨੇ। ਐਸਾ ਕਿਹੜਾ ਇਲਾਕਾ ਹੈ ਜਿੱਥੇ ਮੇਰੇ ਰਾਜ ਦੇ ਵਿੱਚ ਚੋਰ ਰਹਿੰਦੇ ਹੋਣ। ਤਰਾਸ ਨ ਮਾਨੇ ਮੇਰੋ ਚਿਤ ਮੈਂ,
ਜਿਹੜੇ ਨੇ ਐਸੇ ਚੋਰ, ਕਿਹੜਾ ਇਹੋ ਜਿਹਾ ਇਲਾਕਾ ਹੈ ਜਿਹੜਾ ਮੇਰਾ ਡਰ ਨਹੀਂ ਮੰਨਦਾ, ਉਹਨਾਂ ਦੇ ਮਨ 'ਚ ਮੇਰਾ ਭੈ ਨਹੀਂ ਆਇਆ, ਮੇਰੇ ਡੇਰੇ ਵਿੱਚ ਆ ਕੇ ਚੋਰੀ ਕਰਕੇ ਲੈ ਗਏ। ਬਾਦਸ਼ਾਹ ਹਿੰਦੁਸਤਾਨ ਦੇ ਡੇਰੇ ਤੇ ਆ ਕੇ ਕੋਈ ਚੋਰੀ ਕਰਕੇ ਲੈ ਜਾਵੇ, ਇਹੋ ਜਿਹੇ ਨਿਡਰ ਚੋਰ ਕਿਹੜੇ ਨੇ ਭਲਾ ਜਿਹੜਾ ਮੇਰਾ ਡਰ ਨਹੀਂ ਮੰਨਦੇ। ਮਮ ਡੇਰੇ ਕੋ ਆਏ ਲਗੰਤ, ਜਿਹੜੇ ਮੇਰੇ ਡੇਰੇ ਤੇ ਆਣ ਪਏ ਤੇ ਆ ਕੇ ਚੋਰੀ ਕਰਕੇ ਇੱਥੋਂ ਲੈ ਗਏ ਨੇ। ਲਾਪੁਰ ਕੋ ਸੂਬਾ ਨੇ ਤਰਾਸਤ, ਇੱਥੇ ਤਾਂ ਲਾਹੌਰ ਦੇ ਸੂਬੇ ਦਾ ਪ੍ਰਬੰਧ ਹੈ ਇਸ ਇਲਾਕੇ 'ਚ। ਲਾਹੌਰ ਦਾ ਸੂਬੇਦਾਰ ਮੇਰਾ ਡਰ ਨਹੀਂ ਮੰਨਦਾ, ਉਹ ਮੇਰਾ ਭੈ ਨਹੀਂ ਮੰਨਦਾ ਕਿ ਉਹਦੇ ਇਲਾਕੇ ਵਿੱਚ ਇੰਨੇ ਚੋਰ ਨੇ ਕਿ ਉਹ ਉਹਨਾਂ ਦਾ ਪ੍ਰਬੰਧ ਵੀ ਨਹੀਂ ਕਰ ਸਕਦਾ। ਨਰ ਖੋਟਨ ਕੋ ਨਹੀਂ ਗਹੰਤ, ਜਿਹੜਾ ਖੋਟੇ ਬੰਦਿਆਂ ਨੂੰ ਪਕੜਨ ਦਾ ਯਤਨ ਨਹੀਂ ਕਰਦਾ, ਉਹ ਕਾਦੀ ਨਵਾਬੀ ਕਰ ਰਿਹਾ ਇੱਥੇ ਲਾਹੌਰ 'ਚ ਬੈਠਾ। ਜੇ ਉਹ ਚੋਰਾਂ ਨੂੰ ਨਹੀਂ ਪਕੜ ਸਕਦਾ, ਖੋਟੇ ਬੰਦਿਆਂ ਨੂੰ ਨਹੀਂ ਪਕੜ ਸਕਦਾ, ਤੇ ਉਹ ਨਵਾਬੀ ਕਰਕੇ ਕੀ ਲੈ ਰਿਹਾ ਹੈ। ਜਿਉ ਕਿਉ ਕਰ ਤਸਕਰ ਕੋ ਸਾਬਤ, ਕਿਵੇਂ ਕਿਵੇਂ ਕਰਕੇ ਜਿਹੜੇ ਉਹ ਚੋਰ ਨੇ ਉਹਨਾਂ ਨੂੰ ਕਿਉਂ ਨਹੀਂ ਪਕੜਦਾ। ਗੈ ਕਰ ਦਿਓ ਸਜਾਏ ਅਤਿਅੰਤ, ਲੱਭੋ ਕਿਹੜੇ ਚੋਰ ਸਨ ਜਿਹੜੇ ਰਾਤ ਮੇਰੇ ਡੇਰੇ 'ਚ ਚੋਰੀ ਕਰਕੇ ਲੈ ਕੇ ਗਏ ਨੇ। ਜਿਵੇਂ ਕਿਵੇਂ ਕਰਕੇ ਉਹਨਾਂ ਚੋਰਾਂ ਦੀ ਪੜਤਾਲ ਕਰਕੇ ਲੱਭ ਕੇ ਉਹਨਾਂ ਨੂੰ ਸਜ਼ਾ ਦੇਵੋ। ਹਾਥ ਬੰਦ ਚੰਦੂ ਕੈ ਨਿੰਦਤ, ਚੰਦੂ ਹੱਥ ਜੋੜ ਕੇ ਜਿਹੜਾ ਗੁਰੂ ਘਰ ਦਾ ਵੱਡਾ ਨਿੰਦਕ ਤੇ ਦੋਖੀ ਹੈ, ਪਾਪੀ ਬੋਲਿਆ, ਕਹਿਣ ਲੱਗਾ ਇੱਕ ਅਰਜਨ ਖੱਤਰੀ ਲਖੇ ਅੰਤ, ਕਹਿਣ ਲੱਗਾ ਜੀ ਇਸ ਮਾਝੇ ਦੇ ਇਲਾਕੇ ਵਿੱਚ ਖੱਤਰੀਆਂ ਦੇ ਟੱਬਰਾਂ ਵਿੱਚੋਂ ਆਪਣੇ ਆਪ ਨੂੰ ਗੁਰੂ ਕਹਾਉਂਦਾ ਉਹਦਾ ਨਾਂ ਹੈ ਅਰਜਨ ਮੱਲ, ਉਹ ਇੱਥੇ ਰਹਿੰਦੇ ਹਨ। ਕਹੇ ਸੋ ਨਾਨਕ ਗਾਦੀ ਪਰ ਮੈਂ, ਉਹ ਕਹਿੰਦਾ ਮੈਂ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਹਾਂ। ਉਹ ਆਪਣੇ ਆਪ ਨੂੰ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਕਹਾਉਂਦਾ। ਨੈ ਕਿਸਹੂ ਤੇ ਚਿਤ ਡਰ ਪੰਤ, ਕਿਸੇ ਤੋਂ ਆਪਣੇ ਚਿੱਤ ਵਿੱਚ ਨਹੀਂ ਡਰਦਾ, ਕਿਸੇ ਦਾ ਵੀ ਭੈ ਆਪਣੇ ਮਨ 'ਚ ਨਹੀਂ ਮੰਨਦਾ। ਸੋ ਰਾਖਤ ਐ ਤਸਕਰ ਕੋ ਢਿਗ, ਉਹ ਚੋਰਾਂ ਨੂੰ ਆਪਣੇ ਕੋਲ ਰੱਖਦਾ ਹੈ। ਇਹ ਜਿਹੜੇ ਚੋਰ ਇਸ ਇਲਾਕੇ 'ਚ ਚੋਰੀ ਕਰਦੇ ਨੇ ਸਾਰੇ ਉਹਦੇ ਕੋਲ ਰਹਿੰਦੇ ਨੇ, ਸਾਰੇ ਉਹਦੇ ਕੋਲ ਨਿਵਾਸ ਕਰਦੇ ਹਨ। ਜੈ ਕਹਤੇ ਧਨ ਕੋ ਚੋਰਵੰਤ, ਉਹਨਾਂ ਚੋਰਾਂ ਨੂੰ ਭੇਜ ਕੇ ਲੋਕਾਂ ਦੇ ਘਰਾਂ ਵਿੱਚੋਂ ਚੋਰੀ ਕਰਵਾਉਂਦਾ ਔਰ ਧਨ ਚੁਰਵਾ ਕੇ ਆਪਣੇ ਕੋਲ ਮੰਗਾਉਂਦਾ ਹੈ। ਤੁਮ ਤੇ ਤਨਕ ਤਰਾਸ ਨੇ ਪਾਇਓ, ਉਹ ਬਾਦਸ਼ਾਹ ਸਲਾਮਤ ਤੋਂ ਕਿੰਨਾ ਵਧਿਆ ਹੋਇਆ ਕਿ ਉਹਨਾਂ ਨੇ ਤੇਰਾ ਡਰ ਵੀ ਨਹੀਂ ਮੰਨਿਆ, ਤੇਰਾ ਭੈ ਵੀ ਨਹੀਂ ਮੰਨਿਆ, ਤੇ ਉਹਨਾਂ ਵੱਲੋਂ ਭੇਜੇ ਚੋਰਾਂ ਨੇ ਤੇਰੇ ਡੇਰੇ ਵਿੱਚ ਵੀ ਚੋਰੀ ਕੀਤੀ ਹੈ। ਡੇਰੇ ਮੈਂ ਤੇ ਵਸਤ ਕਢੰਤ, ਔਰ ਤੇਰੇ ਕੀ ਡੇਰੇ ਵਿੱਚੋਂ ਆ ਕੇ ਬਹੁਤ ਸਾਰੀਆਂ ਵਸਤੂਆਂ ਕੱਢ ਕੇ ਲੈ ਗਏ ਹਨ। ਉਹ ਜਿਹੜੇ ਚੋਰ ਆਏ ਸਨ ਗੁਰੂ ਅਰਜਨ ਦੇਵ ਸਾਹਿਬ ਦੇ ਭੇਜੇ ਆਏ ਸਨ। ਰਾਮਦਾਸਪੁਰ ਮੈਦ ਬਸਾਇਓ, ਉਹਨਾਂ ਨੇ ਇੱਥੇ ਇੱਕ ਬੜਾ ਵੱਡਾ ਨਗਰ ਵਸਾਇਆ ਜਿਹਨੂੰ ਰਾਮਦਾਸਪੁਰਾ ਕਹਿੰਦੇ ਹਨ। ਗੁਰੂ ਕਹਾਏ ਬਨਿਓ ਧਨਵੰਤ, ਆਪਣੇ ਆਪ ਨੂੰ ਗੁਰੂ ਵੀ ਕਹਾਉਂਦੇ ਤੇ ਬੜਾ ਧਨਵਾਨ ਤੇ ਸ਼ਾਹੂਕਾਰ ਬਣਿਆ ਬੈਠਾ ਹੈ। ਵੱਡੇ ਭਰਾਤ ਕੋ ਵੈਰ ਨਿਕਾਸਿਓ, ਉਹਨਾਂ ਨੇ ਆਪਣਾ ਵੱਡਾ ਭਰਾ ਵੀ ਮਾਰ ਕੁੱਟ ਕੇ ਤੇ ਸ਼ਹਿਰ ਚੋਂ ਬਾਹਰ ਕੱਢ ਦਿੱਤਾ। ਆਪਣੇ ਵੱਡੇ ਭਰਾ ਪ੍ਰਿਥੀ ਚੰਦ ਨੂੰ ਵੀ ਆਪਣੇ ਨਗਰ ਚੋਂ ਬਾਹਰ ਕੱਢ ਦਿੱਤਾ ਹੈ। ਬਲ ਛਲ ਭਾਂਤ ਅਨੇਕ ਕਰੰਤ, ਬੜੇ ਬਲ ਛਲ ਕਰਦਾ, ਬੜੇ ਕਪਟ ਕਰਦਾ ਹੈ। ਦੇਸ਼ ਵਿਦੇਸ਼ਨ ਤਸਕਰ ਭੇਜਤ, ਦੇਸ਼ਾਂ ਵਿਦੇਸ਼ਾਂ ਵਿੱਚ ਚੋਰਾਂ ਨੂੰ ਭੇਜਦਾ ਉਹ ਆਪਣੇ ਕੋਲੋਂ। ਦੇਸ਼ਾਂ ਵਿਦੇਸ਼ਾਂ ਵਿੱਚ ਚੋਰਾਂ ਨੂੰ ਭੇਜ ਕੇ ਨੀਕੀ ਵਸਤ ਨ ਕਿਤੇ ਛੁਟੰਤ, ਚੰਗੀਆਂ ਚੰਗੀਆਂ ਵਸਤੂਆਂ ਕਿਤੇ ਰਹਿਣ ਹੀ ਨਹੀਂ ਦਿੰਦਾ। ਜਿੱਥੇ ਕੋਈ ਚੰਗੀ ਵਸਤੂ ਸੁਣਦਾ ਹੈ ਉੱਥੇ ਹੀ ਆਪਣੇ ਚੋਰਾਂ ਨੂੰ ਭੇਜ ਕੇ ਉਹ ਚੀਜ਼ਾਂ ਚੋਰੀ ਕਰਾ ਕੇ ਆਪਣੇ ਕੋਲ ਮੰਗਾ ਲੈਂਦਾ। ਖਾਲਸਾ ਜੀ, ਦੁਸ਼ਮਣ ਬਾਤ ਕਰੇ ਅਣਹੋਈ। ਜਿਹੜਾ ਦੁਸ਼ਮਣ ਹੁੰਦਾ ਨਾ ਫਿਰ ਉਹ ਅਣਹੋਈਆਂ ਬਾਤਾਂ ਕਰਦਾ। ਗੁਰੂ ਘਰ ਦੇ ਸਬੰਧ ਵਿੱਚ ਇਹੋ ਜਿਹੇ ਭੱਦੇ ਬੋਲ ਬੋਲੇ ਪਾਪੀ ਚੰਦੂ ਨੇ। ਬਾਦਸ਼ਾਹ ਤਾਂ ਪਹਿਲਾਂ ਵੀ ਗੁਰੂ ਘਰ ਦਾ ਵਿਰੋਧੀ ਸੀ। ਉਹਦੀ ਲਿਖੀ ਹੋਈ, ਬਾਦਸ਼ਾਹ ਦੇ ਹੱਥਾਂ ਨਾਲ ਲਿਖੀ ਹੋਈ ਉਹਦੀ ਇੱਕ ਕਿਤਾਬ ਹੈ। ਉਸ ਕਿਤਾਬ ਦਾ ਨਾਮ ਹੈ ਤੁਜ਼ਕੇ ਜਹਾਂਗੀਰੀ। ਜਹਾਂਗੀਰ ਆਪਣੀ ਡਾਇਰੀ ਲਿਖਦਾ ਸੀ।
ਉਹਦੇ ਚ ਬਾਦਸ਼ਾਹ ਨੇ ਬਕਾਇਦਾ ਗੁਰੂ ਅਰਜਨ ਦੇਵ ਸਾਹਿਬ ਦੇ ਸਬੰਧ ਚ ਬਹੁਤ ਮਾੜੇ ਸ਼ਬਦ ਲਿਖੇ। ਉਹ ਕਹਿੰਦਾ ਗੁਰੂ ਅਰਜਨ ਮੱਲ ਨਾਮ ਦਾ ਇੱਕ ਖੱਤਰੀ ਹੈ ਜਿਹਨੇ ਆਪਣੀ ਦੁਕਾਨ ਸਰਗਰਮ ਕੀਤੀ ਹੋਈ ਹੈ, ਮੈਂ ਉਹਦੀ ਦੁਕਾਨ ਉਹਨੂੰ ਮਾਰ ਕੇ ਸਦਾ ਲਈ ਬੰਦ ਕਰ ਦੇਣਾ ਚਾਹੁੰਦਾ। ਜਹਾਂਗੀਰ ਨੇ ਗੱਲ ਲਿਖੀ ਸੀ। ਪਰ ਜਿਹੜੇ ਰਾਜਨੀਤਿਕ ਲੋਕ ਹੁੰਦੇ ਨੇ ਉਹ ਜਦੋਂ ਕੋਈ ਮਾੜਾ ਕੰਮ ਵੀ ਕਰਦੇ ਨੇ ਆਪ ਬਾਹਰ ਨਹੀਂ ਆਉਂਦੇ। ਉਹਨਾਂ ਦੇ ਇਹੋ ਜਿਹੇ ਚਮਚੇ ਹੁੰਦੇ ਨੇ ਚੰਦੂ ਵਰਗੇ, ਜਿਨ੍ਹਾਂ ਨੂੰ ਅੱਗੇ ਕਰ ਦਿੰਦੇ ਨੇ, ਮੋਢੇ ਤੇ ਉਹਨਾਂ ਤੇ ਰੱਖ ਕੇ ਉਹਨਾਂ ਕੋਲੋਂ ਪਾਪ ਕਰਮ ਕਰਵਾਉਂਦੇ ਨੇ। ਜਦੋਂ ਲੋਕ ਭੰਡੀ ਕਰਦੇ ਨੇ, ਉਹਨਾਂ ਦੀ ਕਰਦੇ ਨੇ, ਆਪ ਇਹ ਫਿਰ ਸੁਰਖਰੂ ਹੋ ਜਾਂਦੇ। ਬਾਦਸ਼ਾਹ ਹਾਲਾਂਕਿ ਗੁਰੂ ਘਰ ਦਾ ਵਿਰੋਧੀ ਸੀ, ਪਰ ਉਹ ਆਪਣਾ ਵਿਰੋਧ ਪ੍ਰਗਟ ਨਹੀਂ ਸੀ ਕਰਦਾ। ਰਾਜਨੀਤੀ ਸੀ ਉਹਦੀ, ਕਿਉਂਕਿ ਉਹਨੂੰ ਪਤਾ ਸੀ ਕਿ ਹਿੰਦੁਸਤਾਨ ਵਿੱਚ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ 'ਚ ਸਿੱਖ ਨੇ ਜਿਹੜੇ ਗੁਰੂ ਅਰਜਨ ਦੇਵ ਸਾਹਿਬ ਦੀ ਪੂਜਾ ਕਰਦੇ ਨੇ। ਜੇ ਮੈਂ ਸਿੱਧਾ ਉਹਨਾਂ ਦੇ ਉੱਤੇ ਕਿਸੇ ਪ੍ਰਕਾਰ ਦਾ ਆਰੋਪ ਲਾਉਣਾ ਤੇ ਉਹ ਸਿੱਖ ਮੇਰੇ ਤੋਂ ਬਗਾਵਤ ਕਰਨਗੇ, ਮੇਰੀ ਪ੍ਰਜਾ ਦਾ ਮਾਹੌਲ ਖਰਾਬ ਹੋਵੇਗਾ। ਤੋ ਚੰਦੂ ਬੋਲ ਰਿਹਾ, ਕਹਿੰਦਾ ਜੀ ਉਹ ਤਾਂ ਵੱਡੇ ਵੱਡੇ ਜਿਹੜੇ ਦੇਸ਼ ਵਿਦੇਸ਼ਾਂ ਵਿੱਚੋਂ ਕੋਈ ਚੰਗੀ ਵਸਤੂ ਹੁੰਦੀ ਉੱਥੇ ਰਹਿਣ ਹੀ ਨਹੀਂ ਦਿੰਦੇ, ਚੋਰਾਂ ਨੂੰ ਭੇਜਦੇ ਨੇ, ਉਥੋਂ ਚੀਜ਼ਾਂ ਚੋਰੀ ਕਰਾ ਕੇ ਤੇ ਆਪਣੇ ਕੋਲ ਮੰਗਾ ਲੈਂਦੇ ਹਨ। ਲੇਤ ਮੰਗਾਏ ਸਮੀਪ ਆਪਨੇ, ਉਹ ਵਸਤੂਆਂ ਚੋਰੀ ਕਰਾ ਕੇ ਆਪਣੇ ਕੋਲ ਸੱਦ ਲੈਂਦੇ ਹਨ। ਬੈਠ ਨਰਨ ਮੈਂ ਬਚ ਗਰਬੰਤ, ਔਰ ਬੜੇ ਚੇਲੇ ਉਹਨਾਂ ਦੇ ਕੋਲ ਆਉਂਦੇ, ਉਹਨਾਂ ਦੀ ਪੂਜਾ ਕਰਦੇ, ਉਹਨਾਂ ਵਿੱਚ ਬਹਿ ਕੇ ਬੜੇ ਹੰਕਾਰ ਨਾਲ ਬੋਲਦਾ, ਬੜੇ ਹੰਕਾਰ ਤੇ ਹਉਮੈ ਵਿੱਚ ਉਹ ਬੋਲਦੇ ਹਨ। ਸੁਨਤ ਸ਼ਾਹ ਵਿਸਮਿਓ ਪਾਤੂਸ਼ਨ, ਇਹ ਸੁਣ ਕੇ ਬਾਦਸ਼ਾਹ ਹੈਰਾਨ ਵੀ ਹੋਇਆ। ਉਹਨੇ ਵੇਖਿਆ ਵੀ ਮੇਰਾ ਮਨਸੂਬਾ ਚੰਦੂ ਜਿਹੜਾ ਇਹ ਕਾਮਯਾਬ ਕਰ ਸਕਦਾ। ਇਹ ਵੀ ਵਿਰੋਧੀ ਹੈ, ਗੁਰੂ ਘਰ ਦਾ ਵਿਰੋਧੀ ਮੈਂ ਵੀ ਹਾਂ, ਪਰ ਮੈਂ ਆਪਣਾ ਵਿਰੋਧ ਜ਼ਾਹਰ ਨਹੀਂ ਕਰਨਾ, ਮੋਹਰਾ ਇਹਨੂੰ ਬਣਾਵਾਂਗੇ, ਇਹਦੇ ਕੋਲੋਂ ਕਰਾਵਾਂਗੇ ਸਾਰਾ ਕੰਮ। ਉਹਨੇ ਅੰਦਰ ਅੰਦਰ ਵਿਉਂਤ ਤਾਂ ਗੁੰਦਲੀ ਬਾਦਸ਼ਾਹ ਨੇ, ਪਰ ਪ੍ਰਗਟ ਨਹੀਂ ਕੀਤੀ। ਪ੍ਰਗਟ ਉਹਨੇ ਇਹ ਕੀਤਾ ਵੀ ਜਿਵੇਂ ਉਹ ਬੜਾ ਹੈਰਾਨ ਹੋਇਆ ਬਾਦਸ਼ਾਹ, ਉਹ ਹੈਰਾਨ ਹੋਇਆ ਸੁਣ ਕੇ ਤੇ ਕੁਝ ਨਹੀਂ ਬੋਲਿਆ। ਗੁਰ ਘਰ ਕੀ ਬਾਤਨ ਚਿਤਵੰਤ, ਫਿਰ ਉਹਨੇ ਪੁਰਾਣੇ ਘਰ, ਗੁਰੂ ਘਰ ਦੀਆਂ ਪੁਰਾਣੀਆਂ ਬਾਤਾਂ ਆਪਣੇ ਹਿਰਦੇ 'ਚ ਚਿਤਵੀਆਂ। ਉਚਰਤ ਪਇਓ ਅਨੁਚਿਤ ਨਾ ਭਾਖੋ, ਬਾਹਰੋਂ ਉਹਨੇ ਜਣਾਇਆ, ਕਹਿਣ ਲੱਗਾ ਦੀਵਾਨ ਗੁਰੂ ਨਾਨਕ ਦੇ ਘਰ ਦੀ ਮਹਿਮਾ ਤਾਂ ਮੈਂ ਬਹੁਤ ਸੁਣੀ, ਏਦਾਂ ਦੇ ਸ਼ਬਦ ਤੂੰ ਉਹਨਾਂ ਦੇ ਘਰ ਵਾਸਤੇ ਨਾ ਵਰਤ, ਜਿਹੜੇ ਬੋਲ ਤੂੰ ਬੋਲ ਰਿਹਾ ਏਦਾਂ ਦੇ ਬੋਲ ਤੂੰ ਗੁਰੂ ਨਾਨਕ ਦੇ ਘਰ ਵਾਸਤੇ ਨਾ ਬੋਲ। ਕਿਤ ਗੁਰ ਪਦ ਕਿਤ ਚੋਰ ਰਖੰਤ, ਕਿੱਥੇ ਗੁਰੂ ਸਾਹਿਬ ਦੀ ਪਦਵੀ ਤੇ ਕਿੱਥੇ ਉਹ ਆਪਣੇ ਕੋਲ ਚੋਰ ਰੱਖਣਗੇ। ਹੁਣ ਬਾਦਸ਼ਾਹ ਨੂੰ ਇਸ ਗੱਲ ਦਾ ਪਤਾ ਸੀ ਵੀ ਚੰਦੂ ਸਾਰੀਆਂ ਗੱਲਾਂ ਆਪਣੇ ਕੋਲੋਂ ਬਣਾ ਕੇ ਕਹਿ ਰਿਹਾ ਵੀ ਉਹ ਤਾਂ ਦੀਨ ਦੁਨੀਆ ਦੇ ਮਾਲਕ ਕਹਾਉਂਦੇ ਨੇ, ਧਾਰਮਿਕ ਗੁਰੂ ਨੇ, ਕਿੱਥੇ ਉਹਨਾਂ ਦੀ ਉੱਚੀ ਪਦਵੀ ਹੈ ਤੇ ਕਿੱਥੇ ਉਹ ਆਪਣੇ ਕੋਲ ਚੋਰ ਰੱਖ ਸਕਦੇ ਨੇ। ਪੀਰਨ ਪੀਰ ਮਹਾ ਗੁਰ ਨਾਨਕ, ਬਾਦਸ਼ਾਹ ਕਹਿੰਦਾ ਪੀਰਾਂ ਦੇ ਵੀ ਪੀਰ ਹੋਏ ਨੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਜਿਸ ਕੀ ਬਖਸ਼ਿਸ਼ ਜਗ ਬਰ ਸੰਤ, ਇਹਨਾਂ ਦੀਆਂ ਬਖਸ਼ਿਸ਼ਾਂ ਨਾਲ ਸਾਰਾ ਜਗਤ ਵਰਸਾਇਆ ਗਿਆ ਹੈ। ਬਾਬਰ ਬੜੋ ਹਮਾਰੋ ਹੋਆ, ਸਾਡਾ ਜਿਹੜਾ ਵਡੇਰਾ ਸੀ ਹਿੰਦੁਸਤਾਨ ਤੇ, ਜਿਹਨੇ ਆ ਕੇ ਸਾਡੇ ਵਡੇਰਿਆਂ ਵਿੱਚੋਂ ਸਭ ਤੋਂ ਪਹਿਲਾਂ ਰਾਜ ਕਾਇਮ ਕੀਤਾ, ਬਾਬਰ, ਬਾਬਰ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਸੀ। ਇਸ ਕੋ ਸਲਤਨ ਦੀਨ ਤੁਰੰਤ, ਗੁਰੂ ਨਾਨਕ ਸਾਹਿਬ ਨੇ ਹਿੰਦੁਸਤਾਨ ਦੀ ਬਾਦਸ਼ਾਹੀ ਜਿਹੜੀ ਸੀ ਉਹ ਸਾਡੇ ਬਜ਼ੁਰਗ ਬਾਬਰ ਨੂੰ ਦਿੱਤੀ ਸੀ। ਬਾਬਰ ਨੂੰ, ਸਾਡੇ ਬਜ਼ੁਰਗ ਨੂੰ 7 ਪੁਸ਼ਤਾਂ ਦਾ ਰਾਜ ਗੁਰੂ ਨਾਨਕ ਸਾਹਿਬ ਨੇ ਦਿੱਤਾ ਸੀ। ਹਿੰਦੂ ਤੁਰਕਨ ਇੱਕ ਸਮ ਜਾਣਤ, ਇਹੋ ਜਿਹੇ ਦਿਆਲੂ ਸਨ ਗੁਰੂ ਨਾਨਕ ਸਾਹਿਬ। ਜਹਾਂਗੀਰ ਨੂੰ ਗੁਰੂ ਨਾਨਕ ਸਾਹਿਬ ਦੀ ਮਹਿਮਾ ਦਾ ਪਤਾ ਸੀ, ਪਰ ਮੁਸਲਮਾਨ ਗੁਰੂ ਨਾਨਕ ਸਾਹਿਬ ਨੂੰ ਆਪਣਾ ਪੀਰ ਕਰਕੇ ਜਾਣਦੇ ਵੀ ਨੇ, ਦਿਲੋਂ ਸਤਿਕਾਰ ਕਰਦੇ ਨੇ। ਬਾਅਦ ਵਿੱਚ ਜੋ ਗੁਰੂ ਸਾਹਿਬਾਨ ਨੇ ਉਹਨਾਂ ਪ੍ਰਤੀ ਭਾਵੇਂ ਇਹਨਾਂ ਦੇ ਮਨ 'ਚ ਸਤਿਕਾਰ ਨਹੀਂ, ਪਰ ਗੁਰੂ ਨਾਨਕ ਸਾਹਿਬ ਦੇ ਪ੍ਰਤੀ ਸਤਿਕਾਰ ਹੈ।
ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਨੇ ਹੀ ਸਾਡੇ ਬਜ਼ੁਰਗਾਂ ਨੂੰ ਰਾਜ ਦਿੱਤਾ ਹੈ। ਉਹ ਹਿੰਦੂ ਤੇ ਮੁਸਲਮਾਨਾਂ ਨੂੰ ਇੱਕ ਬਰਾਬਰ ਕਰਕੇ ਵੇਖਦੇ ਤੇ ਜਾਣਦੇ ਸਨ। ਸ਼ਰਧਾਲੂ ਨਰ ਕੀਏ ਨਿਹਾਲ। ਉਹਨਾਂ ਨੇ ਆਪਣੇ ਤੇ ਸ਼ਰਧਾ ਰੱਖਣ ਵਾਲੇ ਬਹੁਤ ਸਾਰੇ ਸ਼ਰਧਾਲੂ ਨਰਾਂ ਦਾ ਉਧਾਰ ਕੀਤਾ ਹੈ। ਇਸ ਗਾਦੀ ਪਰ ਬੈਠ ਗੁਰੂ ਭਾਵ। ਉਸੇ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਉੱਤੇ ਬਹਿ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਇਸ ਵੇਲੇ ਗੁਰੂ ਹਨ। ਪੁਨ ਕਿਮਲੇ ਚੋਰੀ ਕੋ ਮਾਲ। ਉਹ ਭਾਵੇਂ ਉਹ ਏਦਾਂ ਕਿਵੇਂ ਕਿਸੇ ਦੇ ਕੋਲੋਂ ਚੋਰੀ ਦਾ ਪੈਸਾ ਲੈ ਸਕਦੇ, ਉਹ ਕਿਵੇਂ ਆਪਣੇ ਕੋਲ ਚੋਰਾਂ ਨੂੰ ਪਨਾਹ ਦੇ ਸਕਦੇ ਨੇ। ਅਸ ਖੋਟੀ ਮਤ ਕੋ ਪਰ ਹਰੀਆ। ਹਾਂ ਚੰਦੂ, ਤੂੰ ਉਹਨਾਂ ਦੇ ਖਿਲਾਫ ਏਦਾਂ ਦੀ ਗੱਲ ਨਾ ਕਰ, ਉਹਨਾਂ ਦੇ ਸਬੰਧ ਵਿੱਚ ਏਦਾਂ ਦੇ ਬੋਲ ਨਾ ਬੋਲ। ਕੈਸੇ ਚੋਰ ਰੱਖੇ ਨਿਜ ਨਾਲ। ਉਹ ਭਲਾ ਆਪਣੇ ਨਾਲ ਕਿਵੇਂ ਚੋਰਾਂ ਨੂੰ ਰੱਖ ਸਕਦੇ ਨੇ ਜਿਹੜੇ ਏਡੇ ਵੱਡੇ ਗੁਰੂ ਪੀਰ ਹਨ। ਜਗਤ ਵਿਖੇ ਜਿਨ ਕੋ ਜਗ ਕਹੀਅਤ। ਸਾਰੇ ਜਗਤ ਵਿੱਚ ਉਹਨਾਂ ਨੂੰ ਜਗਤ ਗੁਰੂ ਕਰਕੇ ਸੱਦਿਆ ਜਾਂਦਾ, ਬੁਲਾਇਆ ਜਾਂਦਾ ਹੈ। ਤਿਨ ਕੋ ਕਮੀ ਨ ਦਰਬ ਵਿਸਾਲ। ਉਹਨਾਂ ਨੂੰ ਕਿਤੇ ਕੋਈ ਪੈਸੇ ਦੀ ਕਮੀ ਆ, ਹਜ਼ਾਰਾਂ ਲੋਕ ਉਹਨਾਂ ਦੇ ਚਰਨਾਂ ਚ ਆ ਕੇ ਨਜ਼ਰਾਨੇ ਭੇਟ ਕਰਦੇ ਨੇ, ਉਹਨਾਂ ਨੂੰ ਕਿਹੜਾ ਕਿਸੇ ਪ੍ਰਕਾਰ ਦੀ ਕੋਈ ਕਮੀ ਹੈ। ਸੁਨ ਚੰਦੂ ਨੇ ਪੁਨੋ ਲਟਾਈ। ਇਹ ਸੁਣਦਿਆਂ ਵੇਖਿਆ ਚੰਦੂ ਨੇ ਵੀ ਬਾਦਸ਼ਾਹ ਤਾਂ ਗੁਰੂ ਘਰ ਦੀ ਮਹਿਮਾ ਕਰ ਰਿਹਾ। ਚੰਦੂ ਨੇ ਇੱਕਦਮ ਆਪਣੀ ਗੱਲ ਉਲਟਾ ਦਿੱਤੀ, ਇੱਕਦਮ ਇਹਨੇ ਆਪਣੀ ਗੱਲ ਪਲਟਾਈ। ਜਿਮ ਤੁਮ ਕਹੋ ਆਏ ਤਿਮ ਬਾਤ। ਇਹ ਨਹੀਂ ਆਖਿਆ ਬਾਦਸ਼ਾਹ ਤੂੰ ਗਲਤ ਬੋਲਦਾ ਹੈ, ਕਹਿੰਦਾ ਬਾਦਸ਼ਾਹ ਸਲਾਮ, ਤੁਸੀਂ ਜੋ ਕਹਿ ਰਹੇ ਹੋ ਬਿਲਕੁਲ ਸਹੀ ਕਹਿ ਰਹੇ ਹੋ, ਬਿਲਕੁਲ ਦਰੁਸਤ ਕਹਿ ਰਹੇ ਹੋ। ਇਸ ਬਿਨ ਪ੍ਰਥਮ ਗੁਰੂ ਜੇ ਹੋਏ। ਹਾਂ ਬਿਲਕੁਲ, ਗੁਰੂ ਨਾਨਕ ਦਾ ਘਰ ਬੜਾ ਵੱਡਾ, ਬੜਾ ਸਤਿਕਾਰਯੋਗ ਹੈ। ਗੁਰੂ ਅਰਜਨ ਦੇਵ ਸਾਹਿਬ ਤੋਂ ਪਹਿਲਾਂ ਦੇ ਜਿਹੜੇ ਗੁਰੂ ਸੀ ਉਹ ਵਾਕਈ ਬੜੇ ਚੰਗੇ ਸੀ। ਇਹਨੂੰ ਛੱਡ ਕੇ ਗੱਲ ਇੱਕਦਮ ਉਲਟਾ ਗਿਆ। ਕਹਿੰਦਾ ਜਿਹੜਾ ਗੁਰੂ ਅਰਜਨ ਦੇਵ ਸਾਹਿਬ ਤੋਂ ਪਹਿਲਾਂ ਗੁਰੂ ਸਨ ਉਹ ਵਾਕਈ ਬੜੇ ਭਲੇ ਸਨ। ਤਿੰਨ ਕੋ ਜਸ ਜਗ ਮੈਂ ਅਵਦਾਤ। ਵਾਕਈ ਉਹਨਾਂ ਦਾ ਸੁਜਸ ਜਗਤ ਵਿੱਚ ਬੜਾ ਪ੍ਰਗਟ ਤੇ ਵਿਦਤ ਸੀ। ਇਹ ਵੱਡ ਕ੍ਰੋਧੀ ਲੋਭੀ ਚੰਚਲ। ਪਰ ਇਹ ਬੜੇ ਵੱਡੇ ਕ੍ਰੋਧੀ ਨੇ, ਇਹ ਬੜੇ ਵੱਡੇ ਲੋਭੀ ਨੇ, ਇਹ ਬੜੇ ਵੱਡੇ ਚੰਚਲ ਨੇ। ਨਗਰ ਨਿਕਾਸ ਦੀਨ ਵੱਡ ਭਰਾਤ। ਦੇਖੋ ਜੀ, ਜੇ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਤੇ ਮੈਂ ਉਹਨਾਂ ਦੇ ਵੱਡੇ ਭਰਾ ਨੂੰ ਸੱਦ ਲੈਣਾ, ਤੁਹਾਨੂੰ ਮਿਲਾ ਦੇਣਾ। ਉਹਨਾਂ ਦਾ ਜਿਹੜਾ ਵੱਡਾ ਭਰਾ ਪ੍ਰਿਥੀ ਚੰਦ ਹੈ, ਉਹਨੂੰ ਵੀ ਇਹਨਾਂ ਨੇ ਆਪਣੇ ਨਗਰ ਚੋਂ ਧੱਕੇ ਮਾਰ ਕੇ ਕੱਢਿਆ। ਹਾਲਾਂਕਿ ਉਹਨਾਂ ਦਾ ਹੱਕ ਨਹੀਂ ਸੀ ਆਪਣੇ ਪਿਤਾ ਦੀ ਨਗਰੀ ਤੇ, ਉਹਨਾਂ ਨੂੰ ਵੀ ਇਹਨਾਂ ਨੇ ਧੱਕੇ ਮਾਰ ਕੇ ਕੱਢ ਦਿੱਤਾ। ਅਪਰ ਨਰਨ ਸੋ ਦ્વੈਸ਼ ਕਰੰਤਾ। ਹੋਰ ਵੀ ਬੜਿਆਂ ਲੋਕਾਂ ਨਾਲ ਇਹ ਆਪਣੇ ਮਨ 'ਚ ਦ્વੈਸ਼ ਕਰਦਾ ਹੈ। ਡਰਤ ਨ ਰਚੇ ਅਨਿਕ ਛਲ ਘਾਤ। ਡਰਦਾ ਨੇ ਕਿਸੇ ਕੋਲੋਂ ਬੜੇ ਛਲ ਤੇ ਕਪਟ ਰਚਦਾ ਹੈ। ਸ਼ਾਹ ਕਹਿਓ ਪਿਤ ਅਕਬਰ ਮੇਰੋ। ਬਾਦਸ਼ਾਹ ਬੋਲਿਆ, ਕਹਿਣ ਲੱਗਾ ਮੇਰਾ ਪਿਤਾ ਅਕਬਰ ਬਾਦਸ਼ਾਹ। ਅਰਪੇ ਗ੍ਰਾਮ ਕਿਤਤ ਤਿਸ ਪਾਸ। ਉਹਨੇ ਤਕਰੀਬਨ 20 ਪਿੰਡ ਜਿਹੜੇ ਸਨ ਉਹ ਗੁਰੂ ਅਮਰਦਾਸ ਸਾਹਿਬ ਜੀ ਨੂੰ ਭੇਟ ਕੀਤੇ ਸਨ। ਲਾਪੁਰ ਮੈਂ ਚੱਲ ਅਬ ਸੁਧ ਲੈ ਹੈ। ਤੇ ਆਪਾਂ ਹੁਣ ਲਾਹੌਰ ਚੱਲ ਕੇ ਉੱਥੇ ਬਹਿ ਕੇ ਖਬਰ ਮੰਗਾਵਾਂਗੇ ਸਾਰੀ ਵੀ ਉਹ ਜਿਹੜੇ ਪਿੰਡ ਇਹਨਾਂ ਨੂੰ ਦਿੱਤੇ ਸੀ ਉਹਦੇ ਨਾਲ ਇਹਨਾਂ ਦਾ ਗੁਜ਼ਾਰਾ ਚੱਲ ਰਿਹਾ ਹੈ ਜਾਂ ਨਹੀਂ ਚੱਲ ਰਿਹਾ। ਸਾਰੀ ਪੜਤਾਲ ਜਿਹੜੀ ਹੈ ਉਹ ਆਪਾਂ ਲਾਹੌਰ ਚੱਲ ਕੇ ਕਰਾਂਗੇ। ਹੁਣ ਉੱਥੋਂ ਦੇ ਨਵਾਬ ਨੂੰ ਪਤਾ ਹੋਣਾ ਇਹਨਾਂ ਦੇ ਬਾਰੇ, ਉਹਨੂੰ ਪੁੱਛਾਂਗੇ, ਇਲਾਕੇ ਦੇ ਲੋਕਾਂ ਨੂੰ ਪੁੱਛਾਂਗੇ, ਉੱਥੇ ਚੱਲ ਕੇ ਸਾਰੀ ਪੜਤਾਲ ਕਰਾਂਗੇ। ਖਰਚ ਵਿਸਾਲ ਜੇ ਭਇਓ ਆਵਾਸ। ਪਤਾ ਕਰਾਂਗੇ ਵੀ ਇਹਨਾਂ ਦੇ ਘਰ ਦਾ ਜੇ ਖਰਚ ਵੱਧ ਗਿਆ ਤੇ ਪਹਿਲਾਂ ਜੇ ਪਿੰਡ ਥੋੜੇ ਨੇ ਜਿਹੜੇ ਅਕਬਰ ਬਾਦਸ਼ਾਹ ਨੇ ਦਿੱਤੇ ਸੀ ਤੇ ਆਪਾਂ ਵੱਧ ਦੇ ਦਿਆਂਗੇ ਤਾਂ ਜੋ ਇਦਾਂ ਦੇ ਕੰਮ ਨਾ ਕਰਨ। ਆਪਾਂ ਇਹਨਾਂ ਦਾ ਖਰਚਾ ਜੇ ਵੱਧ ਹੈ ਤਾਂ ਉਨੀ ਵੱਧ ਜਗੀਰ ਦੇ ਦਿਆਂਗੇ। ਦੇਹ ਅਪਰ ਕੁਛ ਅਰਪ ਤਿਨੋ ਟਿਗ। ਹੋਰ ਉਹਨਾਂ ਨੂੰ ਕੁਝ ਭੇਟਾ ਕਰ ਦੇਵਾਂਗੇ। ਚੋਰੀ ਵਰਜੇ ਨੀਕ ਨਤਾਸ। ਉਹਨਾਂ ਦੇ ਕੋਲ ਜਿਹੜੇ ਚੋਰ ਨੇ ਉਹਨਾਂ ਨੂੰ ਚੋਰੀ ਕਰਨ ਤੋਂ ਵਰਜਾਂਗੇ ਵੀ ਇਹ ਗੱਲ ਉਹਨਾਂ ਵਾਸਤੇ ਚੰਗੀ ਨਹੀਂ। ਅਬ ਤੋ ਚਲੋ ਵਿਪਾਸਾ ਉਤਰੋ। ਚਲੋ ਹੁਣ ਤਾਂ ਲਾਹੌਰ ਨੂੰ ਚੱਲੋ ਤੇ ਬਿਆਸ ਦਰਿਆ ਪਾਰ ਕਰੋ।
ਪਾਰ ਕਰੋ ਡੇਰਾ ਨਿਸਬਾਸ। ਇਹ ਡੇਰਾ ਆਪਾਂ ਰਾਤ ਨੂੰ ਪਾਰ ਹੀ ਕਿਨਾਰੇ ਉਤਾਰ ਕੇ ਡੇਰਾ ਕਰਾਂਗੇ। ਦੋਹਰਾ ਦਿੜ ਨੋਕਾ ਪਰ ਸ਼ਾਹ ਚੜ, ਪਰਿਓ ਪਾਰ ਸੁਖ ਸੰਗ। ਇੱਕ ਚੰਗੀ ਮਜ਼ਬੂਤ ਕਿਸ਼ਤੀ ਤੇ ਸਵਾਰ ਹੋ ਕੇ ਬਾਦਸ਼ਾਹ ਨੇ ਸੁਖ ਨਾਲ ਬਿਆਸ ਦਰਿਆ ਪਾਰ ਕੀਤਾ ਹੈ। ਗੁਰ ਜਸ ਬਰਨਿਓ ਲਾਤ ਦੁਖ, ਤਤ ਛਿਨ ਹੋਇਓ ਭੰਗ। ਖਾਲਸਾ ਜੀ ਆਖੋ ਸਤਨਾਮ। ਸ੍ਰੀ ਵਾਹਿਗੁਰੂ। ਬਾਦਸ਼ਾਹ ਨੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਜਸ ਕੀਤਾ ਵੀ ਉਹ ਤਾਂ ਪੀਰਾਂ ਦੇ ਪੀਰ ਸੀ, ਉਸ ਜਸ ਦਾ ਇਹਨੂੰ ਫਲ ਮਿਲਿਆ। ਨਾਲੋਂ ਨਾਲ ਇਹਦੀ ਲੱਤ 'ਚ ਜਿਹੜੀ ਦਰਦ ਸੀ ਇੱਕਦਮ ਨਾਲ ਹੀ ਠੀਕ ਹੋ ਗਈ। ਗੁਰੂ ਘਰ ਦੀ ਮਹਿਮਾ ਵਰਣਨ ਕਰਨ ਕਰਕੇ ਤਾਂ ਲੱਤ 'ਚ ਚੋਟ ਵੱਜੀ ਸੀ, ਘੋੜੇ ਤੋਂ ਡਿੱਗਾ ਸੀ, ਪਰ ਗੁਰੂ ਘਰ ਦਾ ਜਸ ਕਰਨ ਕਰਕੇ ਇਹਦੀ ਲੱਤ ਦੀ ਦਰਦ ਇੱਕਦਮ ਤਤਛਿਨ ਠੀਕ ਹੋ ਗਈ। ਦੋਹਰਾ ਸੁਲਈ ਭਰਾਤਾ ਪੁੱਤਰ ਇਕ, ਸੁਲਬੀ ਨਾਮ ਕਹੰਤ। ਸੁਲੀ ਖਾਂ ਦੇ ਬਾਰੇ ਪਿੱਛੇ ਤੁਸੀਂ ਸੁਣੀ ਆਏ ਹੋ ਕਿ ਕਿਵੇਂ ਪਾਪੀ ਮਰਿਆ, ਗੁਰੂ ਸਾਹਿਬ ਦਾ ਵਿਰੋਧੀ ਸੀ। ਸੁਲੀ ਖਾਂ ਦੇ ਭਰਾ ਦਾ ਇੱਕ ਲੜਕਾ ਸੀ, ਸੁਲੀ ਖਾਂ ਦਾ ਭਤੀਜਾ, ਇਹਦਾ ਨਾਂ ਸੀ ਸੁਲਬੀ ਖਾਂ। ਉਹ ਹਾਹੇ ਨਾਲ ਸੀ ਸੁਲਹੀ, ਇਹ ਅਖੀਰ ਵਿੱਚ ਬੱਬਾ ਲੱਗਦਾ ਇਹਦੇ ਸੁਲਬੀ। ਇਹਦਾ ਨਾਂ ਸੀ ਸੁਲਬੀ ਖਾਂ। ਇਹ ਸੁਲੀ ਖਾਂ ਦਾ ਭਤੀਜਾ ਸੀ, ਉਹਦੇ ਭਰਾ ਦਾ ਲੜਕਾ ਸੀ। ਚੰਦੂ ਅਰ ਪਤ ਸ਼ਾਹ ਕੋ, ਸਗਰੋ ਸੁਨਿਓ ਬਿਰਤੰਤ। ਇਹਨੂੰ ਜਦੋਂ ਇਹ ਕੋਲ ਹੀ ਬੈਠਾ ਸੀ ਉਸ ਵੇਲੇ ਸੁਲਬੀ ਖਾਂ, ਜਦੋਂ ਚੰਦੂ ਗੱਲਾਂ ਕਰ ਰਿਹਾ ਸੀ ਨਾ ਬਾਦਸ਼ਾਹ ਨਾਲ, ਗੁਰੂ ਸਾਹਿਬ ਦੇ ਖਿਲਾਫ ਬੋਲ ਰਿਹਾ ਸੀ, ਤੇ ਸੁਲਬੀ ਖਾਂ ਨੇ ਸਾਰੀਆਂ ਗੱਲਾਂ ਚੰਦੂ ਦੇ ਮੂੰਹ ਤੋਂ ਸੁਣੀਆਂ। ਨਿਸ਼ਾਨੀ ਚੰਦ ਉਤਰ ਪਾਰ ਜਬ ਟਿਕੇ, ਨਿਸਤੰਬੂ ਮੈਂ ਚੰਦੂ। ਜਦੋਂ ਇਹਨਾਂ ਨੇ ਦਰਿਆ ਪਾਰ ਕੀਤਾ ਤੇ ਦਰਿਆ ਪਾਰ ਕਰਕੇ ਇਹਨਾਂ ਨੇ ਡੇਰਾ ਕੀਤਾ, ਰਾਤ ਪੈ ਚੁੱਕੀ ਸੀ। ਚੰਦੂ ਦਾ ਜਿੱਥੇ ਤੰਬੂ ਲੱਗਾ ਹੋਇਆ ਸੀ, ਸੁਲਬੀ ਸੁਲਈ ਕੋ ਚਿਤੇ ਉਰ ਕਸ਼ਟ ਬਿਲੰਦੂ। ਸੁਲਬੀ ਖਾਂ ਜਿਹੜਾ ਸੁਲੀ ਖਾਂ ਦਾ ਭਤੀਜਾ ਸੀ, ਇਹਦੇ ਮਨ 'ਚ ਬੜਾ ਡਾਢਾ ਕਸ਼ਟ ਸੀ। ਇਹਦੇ ਮਨ 'ਚ ਦੁੱਖ ਸੀ ਆਪਣੇ ਚਾਚੇ ਦੀ ਮੌਤ ਦਾ, ਕਿ ਗੁਰੂ ਸਾਹਿਬ ਨੂੰ ਮਾਰਨ ਗਿਆ, ਆਪ ਮਰ ਗਿਆ। ਜਿਹੜਾ ਕੰਮ ਉਹ ਨਹੀਂ ਕਰ ਸਕਿਆ, ਹੁਣ ਮੈਂ ਕਰਾਂਗਾ ਆਪਣੇ ਚਾਚੇ ਦਾ ਅਧੂਰਾ ਕੰਮ। ਇਹਦੇ ਮਨ 'ਚ ਵੀ ਦਵੈਸ਼ ਸੀ। ਇਹਦੇ ਮਨ 'ਚ ਇਹ ਸੀ ਕਿ ਗੁਰੂ ਸਾਹਿਬ ਨੇ ਸ਼ਰਾਪ ਦਿੱਤਾ ਤਾਂ ਮਰਿਆ ਸੁਲੀ ਖਾਂ। ਇਹਦੇ ਮਨ 'ਚ ਇਸ ਕਰਕੇ ਵੀ ਦਵੈਸ਼ ਸੀ। ਸੁਲਬੀ ਖਾਂ ਨੇ ਜਦੋਂ ਸੁਣਿਆ ਕਿ ਚੰਦੂ ਗੁਰੂ ਘਰ ਦੇ ਖਿਲਾਫ ਬੋਲ ਰਿਹਾ, ਇਹਦਾ ਮਤਲਬ ਇਹ ਵਿਰੋਧੀ ਹੈ ਗੁਰੂ ਘਰ ਦਾ, ਉਹਨੇ ਭਾਂਪ ਲਿਆ ਤੇ ਮੈਨੂੰ ਉਹਨੂੰ ਜਾ ਕੇ ਜ਼ਰੂਰ ਮਿਲਣਾ ਚਾਹੀਦਾ। ਰਾਤ ਦਾ ਸਮਾਂ ਹੋਇਆ, ਤੰਬੂ ਜਿੱਥੇ ਚੰਦੂ ਦਾ ਲੱਗਾ ਸੀ, ਸੁਲਬੀ ਖਾਂ ਚੱਲ ਕੇ ਦੀਵਾਨ ਚੰਦੂ ਦੇ ਤੰਬੂ ਦੇ ਵਿੱਚ ਆਇਆ। ਤਮ ਮੈਂ ਗਮਨਿਓ ਪਾਸ ਤਿਸ ਬੂਜੀ ਸੁਧ ਸਾਰੀ। ਰਾਤ ਦੇ ਹਨੇਰੇ ਵਿੱਚ ਗਿਆ, ਚਾਨਣੇ 'ਚ ਨਹੀਂ, ਕਿਉਂਕਿ ਚੋਰਾਂ ਵਾਸਤੇ ਹਨੇਰਾ ਕਾਰਗਰ ਹੁੰਦਾ। ਇਹ ਰਾਤ ਦੇ ਹਨੇਰੇ ਵਿੱਚ ਚੰਦੂ ਦੇ ਤੰਬੂ 'ਚ ਪਹੁੰਚਿਆ। ਪਾਪੀ ਚੰਦੂ ਨੂੰ ਜਾ ਕੇ ਮਿਲ ਕੇ ਆਪਣੀ ਸਾਰੀ ਸੁਧ ਦਿੱਤੀ। ਹਮਰੋ ਰਿਪ ਅਰਜਨ ਗੁਰੂ ਕਿਆ ਕਰਤ ਉਚਾਰੀ। ਕਹਿਣ ਲੱਗਾ ਸੁਲਬੀ, ਦੀਵਾਨ ਸਾਹਿਬ, ਤੁਹਾਡਾ ਦੁਸ਼ਮਣ ਤੇ ਮੇਰਾ ਦੁਸ਼ਮਣ ਇੱਕੋ ਹੀ ਹੈ। ਮੈਂ ਅੱਜ ਪਤਾ ਕਰ ਲਿਆ ਕਿ ਤੁਸੀਂ ਵੀ ਉਹਨੂੰ ਆਪਣਾ ਦੁਸ਼ਮਣ ਮੰਨਦੇ ਹੋ, ਮੇਰਾ ਤਾਂ ਉਹ ਹੈ ਹੀ। ਤੇ ਦੱਸੋ ਹੁਣ ਤੁਹਾਡੀ ਇਹਦੇ ਬਾਰੇ ਰਾਏ ਕੀ ਹੈ? ਯਾਨੀ ਕਿ ਤੁਸੀਂ ਵੀ ਗੁਰੂ ਅਰਜਨ ਦੇਵ ਸਾਹਿਬ ਦੇ ਵਿਰੋਧੀ ਹੋ ਤੇ ਮੈਂ ਵੀ ਹਾਂ। ਹੁਣ ਇਹਦੇ ਬਾਰੇ ਤੁਹਾਡੀ ਕੀ ਰਾਏ ਹੈ ਉਹ ਦੱਸੋ। ਸੁਨ ਚੰਦੂ ਤਰਕਤ ਪਇਓ ਲਾਇਕ ਬਿਨ ਹੋਏ। ਇਹ ਸੁਣ ਕੇ ਚੰਦੂ ਨੇ ਤਰਕ ਕੀਤੀ ਤੇ ਬੋਲਿਆ, ਕਹਿਣ ਲੱਗਾ ਤੁਸੀਂ ਲਾਇਕ ਨਹੀਂ ਹੋ ਇਸ ਕੰਮ ਦੇ। ਬੈਰ ਨ ਚਾਚੇ ਕੋ ਲਿਓ ਪਰ ਸੁਖ ਸੋ ਸੋਏ। ਤਾਨਾ ਮਾਰਿਆ ਚੰਦੂ ਨੇ,
ਤੇ ਤਾਨਾ ਮਾਰ ਕੇ ਕਹਿੰਦਾ ਉਹ ਤੂੰ ਕਾਹਦਾ ਵੱਡਾ ਸੁਲਭੀ ਖਾਂ ਕਹਾਉਣਾ ਆਪਣੇ ਆਪ ਨੂੰ, ਆਪਣੇ ਚਾਚੇ ਦਾ ਵੈਰ ਤਾਂ ਤੇਰੇ ਕੋਲ ਲਿਆ ਨਹੀਂ ਗਿਆ। ਕਿਉਂਕਿ ਸੁਲਭੀ ਖਾਂ ਦੇ ਮਨ 'ਚ ਭਰਮ ਪਾਇਆ ਹੋਇਆ ਸੀ ਵੀ ਗੁਰੂ ਸਾਹਿਬ ਦੇ ਸਰਾਪ ਨਾਲ ਜਿਹੜਾ ਸੁਲੀ ਮਰਿਆ ਤੇ ਮੈਂ ਉਹਨਾਂ ਨੂੰ ਜਾ ਕੇ ਆਪਣੇ ਚਾਚੇ ਦੀ ਮੌਤ ਦਾ ਬਦਲਾ ਲੈਣਾ ਮਾਰ ਕੇ। ਇਹਦੀ ਚਾਚੀ ਵੀ ਇਹਨੂੰ ਇਹੀ ਕਹਿੰਦੀ ਸੀ। ਹੁਣ ਚੰਦੂ ਨੇ ਵੀ ਇਹੀ ਤਾਨਾ ਮਾਰਿਆ। ਉਹ ਕਹਿੰਦਾ ਛੱਡ ਛੱਡ ਸੁਲਭੀ ਖਾਂ, ਤੂੰ ਨਹੀਂ ਲਾਏ ਕਿਸ ਕੰਮ ਦੇ। ਤਾਨਾ ਮਾਰਦਿਆਂ ਬੋਲਿਆ ਤੂੰ ਨਹੀਂ ਉਹਨਾਂ ਦਾ ਕੁਝ ਵਿਗਾੜ ਸਕਦਾ। ਮੈਂ ਜਾਣ ਲਿਆ ਕਿ ਜਿਹੜਾ ਆਪਣੇ ਚਾਚੇ ਦਾ ਵੈਰ ਨਹੀਂ ਲੈ ਸਕਿਆ, ਹਾਲੇ ਤਾਈ ਚਾਚੇ ਨੂੰ ਮਰੇ ਨੂੰ ਕਈ ਮਹੀਨੇ ਹੋ ਗਏ ਨੇ ਤੇ ਤੂੰ ਸੁੱਖ ਨਾਲ ਸੁੱਤਾ ਪਿਆ। ਮੈਂ ਉਪਾਏ ਗਏ ਬੇਕਰੋਂ ਦਿਨ ਕੇਤ ਕਮਾਈ। ਬਸ ਤੂੰ ਵੇਖਦਾ ਚੱਲ, ਮੈਂ ਕੁਝ ਦਿਨਾਂ ਵਿੱਚ ਹੀ ਉਹਨਾਂ ਨੂੰ ਪਕੜਨ ਦਾ ਉਪਾਅ ਕਰਾਂਗਾ। ਬਨ ਸਹਾਏ ਜੇ ਦੁਖ ਹਿਰਦੇ ਛੋੜेंगे ਨਾਈ। ਤੇ ਜੇ ਤੇਰੇ ਮਨ 'ਚ ਦੁੱਖ ਹੈ ਆਪਣੇ ਚਾਚੇ ਸੁਲੀ ਖਾਂ ਦੀ ਮੌਤ ਦਾ ਤੇ ਤੂੰ ਮੇਰਾ ਮਦਦਗਾਰ ਹੋ ਜਾ, ਮੇਰੇ ਨਾਲ ਰਲ ਜਾ, ਆਪਾਂ ਦੋਵੇਂ ਰਲ ਕੇ ਕੰਮ ਕਰ ਲਵਾਂਗੇ। ਸੁਨ ਦੀਵਾਨ ਮੁਝ ਆਨੈ ਸੁਧ ਹੁਤੀ ਨਾ ਤੇਰੀ। ਇਹ ਸੁਣ ਕੇ ਸੁਲਭੀ ਖਾਂ ਬੋਲਿਆ, ਕਹਿੰਦਾ ਮੈਨੂੰ ਕਸਮ ਹੈ ਕੁਰਾਨੇ ਪਾਕ ਦੀ, ਮੈਨੂੰ ਨਹੀਂ ਸੀ ਖਬਰ ਵੀ ਤੂੰ ਵੀ ਗੁਰੂ ਦਾ ਵਿਰੋਧੀ ਹੈ। ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ, ਤੇਰੀ ਖਬਰ ਨਹੀਂ ਸੀ। ਹਮ ਦੋਨੋਂ ਕੋ ਮਾਰਨੇ ਬਿਦ ਸੁਗਮ ਬਡੇਰੀ। ਹੁਣ ਤਾਂ ਆਪਾਂ ਦੋਵੇਂ ਰਲ ਜਾਵਾਂਗੇ ਤੇ ਆਪਣੇ ਵਾਸਤੇ ਇਹ ਕੰਮ ਬੜਾ ਸੁਖੱਲਾ ਹੋ ਜਾਏਗਾ, ਗੁਰੂ ਅਰਜਨ ਦੇਵ ਸਾਹਿਬ ਨੂੰ ਮਾਰਨ ਦਾ। ਵਾਯੂ ਬੰਨੀ ਬਲੀ ਬਿਬ ਬਨ ਬਡੋ ਬਿਨਾਸ਼ੈ। ਇਹ ਤਾਂ ਹੁਣ ਗੱਲ ਬਣ ਗਈ ਵੀ ਹਵਾ ਤੇ ਅੱਗ ਦੋਵੇਂ ਰਲ ਗਏ। ਅੱਗ ਤੇ ਹਵਾ ਹੁਣ ਦੋਵੇਂ ਰਲ ਗਏ ਤੇ ਹੁਣ ਤਾਂ ਅੱਗ ਵਿਕਰਾਲ ਰੂਪ ਧਾਰੇਗੀ। ਤੂੰ ਸੀ ਅੱਗ, ਮੈਂ ਹੁਣ ਹਵਾ ਬਣ ਕੇ ਆ ਰਲਿਆ ਤੇ ਆਪਾਂ ਹੁਣ ਆਪਣਾ ਕੰਮ ਜ਼ਰੂਰ ਕਰ ਲਵਾਂਗੇ। ਹੁਕਮ ਦਿਵਾਵੋ ਸ਼ਾਹ ਤੇ ਗੁਰ ਜਾਓ ਆਵਾਸੈ। ਬਸ ਇੱਕ ਵਾਰ ਤੂੰ ਬਾਦਸ਼ਾਹ ਕੋਲੋਂ ਮੈਨੂੰ ਆਗਿਆ ਲੈ ਦੇ ਕਿ ਮੈਂ ਗੁਰੂ ਅਰਜਨ ਦੇਵ ਸਾਹਿਬ ਦੇ ਘਰ ਜਾਵਾਂ। ਇੱਕ ਵਾਰ ਜੇ ਮੈਂ ਆਗਿਆ ਲੈ ਕੇ ਬਾਦਸ਼ਾਹ ਕੋਲੋਂ ਉਹਨਾਂ ਦੇ ਘਰ ਚਲਾ ਗਿਆ। ਪਹੁੰਚਤਪੁਰ ਮੈਂ ਪਕਰੋ ਕਾਰਾਗ੍ਰਹਿ ਪਾਵੋ। ਬਸ ਉਹਨਾਂ ਦੇ ਨਗਰ ਵਿੱਚ ਪਹੁੰਚਣ ਦੀ ਦੇਰੀ ਹੈ, ਪਹੁੰਚਦਿਆਂ ਸਾਰ ਮੈਂ ਉਹਨਾਂ ਨੂੰ ਫੜ ਕੇ ਕਾਰਾਗ੍ਰਹਿ ਵਿੱਚ ਲੈ ਜਾਵਾਂਗਾ, ਸੁੱਟ ਦੇਵਾਂਗਾ। ਨਿਸ ਮੈਂ ਏਕਲ ਕੋ ਕਰੇ ਧਰ ਸਿਰ ਉਤਰਾਵੋ। ਔਰ ਕਾਰਾਗ੍ਰਹਿ ਵਿੱਚ ਲਿਜਾ ਕੇ ਵਿਉਂਤਬੰਦੀ ਬਣਾ ਕੇ ਰਾਤ ਨੂੰ ਕਿਤੇ ਪਾਸਾ ਜਿਹਾ ਕਰਕੇ ਗੁਰੂ ਅਰਜਨ ਦੇਵ ਸਾਹਿਬ ਨੂੰ ਕੈਦਖਾਨੇ ਵਿੱਚ ਹੀ ਉਹਨਾਂ ਦਾ ਸਿਰ ਉਹਨਾਂ ਦੇ ਧੜ ਤੋਂ ਵੱਖਰਾ ਕਰਵਾ ਕੇ ਮੁਕਾ ਦੇਵਾਂਗਾ। ਇਹਾਂ ਸ਼ਾ ਲਗ ਬਾਤ ਕੋ ਪਹੁੰਚਨ ਨੈ ਦੀਜੈ। ਦੀਵਾਨ ਸਾਹਿਬ ਤੁਸੀਂ ਇੰਨਾ ਕੰਮ ਕਰਨਾ ਵੀ ਇੱਥੇ ਬਾਦਸ਼ਾਹ ਤੱਕ ਨਹੀਂ ਇਹ ਗੱਲ ਪਹੁੰਚਣ ਦੇਣੀ। ਬਾਦਸ਼ਾਹ ਦੇ ਕੰਨਾਂ ਵਿੱਚ ਇਸ ਗੱਲ ਦੀ ਭਿਣਕ ਨਹੀਂ ਪੈਣ ਦੇਣੀ। ਰਹੇ ਨਿਕਟ ਤਨ ਦਿਓ ਤਿਨੇ ਆਪਣੇ ਕਰ ਲੀਜੈ। ਜਿਹੜੇ ਬਾਦਸ਼ਾਹ ਦੇ ਨਿਕਟਵਰਤੀ ਵਜ਼ੀਰ ਨੇ ਉਹਨਾਂ ਨੂੰ ਪੈਸਾ ਦੇ ਕੇ ਖਰੀਦ ਲੈ ਔਰ ਉਹਨਾਂ ਨੂੰ ਆਪਣਾ ਬਣਾ ਕੇ ਆਪਣੇ ਪੱਖ ਦੀ ਗੱਲ ਉਹਨਾਂ ਕੋਲੋਂ ਕਰਵਾ। ਜੇ ਕਰ ਕੋ ਚਿਰ ਕਾਲ ਮੈਂ ਸੁਧ ਪਹੁੰਚ ਬਤਾਵੇ। ਜੇ ਕੋਈ ਗੁਰੂ ਅਰਜਨ ਦੇਵ ਸਾਹਿਬ ਦੇ ਉਹਨਾਂ ਨੂੰ ਮਾਰਨ ਤੋਂ ਬਾਅਦ ਕਾਫੀ ਸਮੇਂ ਬਾਅਦ ਕੋਈ ਆ ਕੇ ਇੱਥੇ ਪੁਕਾਰ ਕਰਨ ਪਹੁੰਚ ਵੀ ਜਾਏ, ਪਹਿਲੀ ਗੱਲ ਤਾਂ ਤੂੰ ਪਹੁੰਚਣ ਨਹੀਂ ਦੇਣਾ। ਜੇ ਕੋਈ ਆ ਵੀ ਜਾਵੇ ਬਾਦਸ਼ਾਹ ਦੇ ਕੋਲ, ਕਰ ਪਰੇ ਬਬੋ ਬਿਬਦ ਕੇ ਤਬ ਬਾਤ ਮਿਟਾਵੇ। ਤੂੰ ਬਹੁਤ ਸਾਰੇ ਫਰੇਬ ਰਚ ਲਈ, ਜਿਹੜੇ ਵਜ਼ੀਰ ਤੂੰ ਖਰੀਦੇ ਹੋਣਗੇ ਉਹਨਾਂ ਕੋਲੋਂ ਫਰੇਬ ਰਚਾ ਲਈ ਔਰ ਇਸ ਸਾਰੀ ਗੱਲ ਦੇ ਉੱਤੇ ਪਾਣੀ ਪਵਾ ਕੇ ਇਹਨੂੰ ਠੰਡੀ ਕਰ ਦੇਈਂ। ਇਹ ਤੇਰੇ ਘਰ ਕਾਜ ਹੈ ਮਾਰਨ ਘਰ ਮੇਰੇ। ਇਹ ਕੰਮ ਤੂੰ ਕਰਨਾ ਬਾਦਸ਼ਾਹ ਦੇ ਕੋਲ ਤੇ ਗੁਰੂ ਅਰਜਨ ਦੇਵ ਸਾਹਿਬ ਨੂੰ ਮਾਰਨ ਦਾ ਕੰਮ ਮੇਰੀ ਜ਼ਿੰਮੇਵਾਰੀ ਹੈ। ਤੇ ਇੱਥੇ ਆ ਕੇ ਕੋਈ ਪੁਕਾਰ ਕਰੇ ਬਾਦਸ਼ਾਹ ਕੋਲ ਤੇ ਉਹਨੂੰ ਸੰਭਾਲਣਾ ਤੇਰੀ ਜ਼ਿੰਮੇਵਾਰੀ ਹੈ। ਇਹ ਕੰਮ ਤੂੰ ਕਰਨਾ ਤੇ ਗੁਰੂ ਜੀ ਨੂੰ ਮਾਰਨ ਵਾਲਾ ਕੰਮ ਮੇਰੇ ਪੱਲੇ ਹੈ। ਗਇਓ ਨਿਸੰਸੇ ਮਾਰੋ ਰਿਣ ਉਤਰ ਬਡੇਰੇ। ਮੈਂ ਨਿਰਸੰਸੇ ਹੋ ਕੇ ਜਾ ਕੇ ਉਹਨਾਂ ਨੂੰ ਮਾਰਾਂਗਾ। ਮੇਰੇ ਸਿਰ ਤੇ ਆਪਣੇ ਚਾਚੇ ਦੀ ਮੌਤ ਦਾ ਕਰਜ਼ਾ ਹੈ,
ਉਹ ਮੈਂ ਲਾਵਾਂਗਾ। ਮਮ ਚਾਚੀ ਵਿਧਵਾ ਭਈ ਗਨ ਤਰਕ ਉਚਾਰੈ। ਮੇਰੀ ਚਾਚੀ ਵਿਧਵਾ ਹੋਈ, ਮੇਰੇ ਤੇ ਤਰਕਾਂ ਪਾਉਂਦੀ, ਮੇਰੇ ਤੇ ਲਾਹਨਤਾਂ ਪਾਉਂਦੀ, ਮੈਨੂੰ ਤਾਨੇ ਮਾਰਦੀ ਕਹਿੰਦੀ ਐ, ਜਿਸ ਹੱਥ ਬੇਹਿਤ ਪਤੀ ਗਇਓ ਤਿਸ ਤੂੰ ਨੇ ਮਾਰੇ। ਉਹ ਕਹਿਣ ਲੱਗੀ ਮੇਰਾ ਪਤੀ ਜਿਹਨੂੰ ਮਾਰਨ ਗਿਆ ਸੀ ਉਹ ਮਾਰ ਨਹੀਂ ਸਕਿਆ ਤੇ ਉਹਦਾ ਕੰਮ ਅਧੂਰਾ, ਤੂੰ ਕਿਉਂ ਨਹੀਂ ਕਰਦਾ ਜਾ ਕੇ, ਤੂੰ ਉਹਨੂੰ ਜਾ ਕੇ ਕਿਉਂ ਨਹੀਂ ਮਾਰਦਾ। ਲਾਜ ਨਹੀਂ ਕਿਸ ਕਾਜ ਕੀ ਰਿਪ ਸੁਖੀ ਰਹੰਤਾ। ਤੈਨੂੰ ਕਿਸੇ ਕੰਮ ਦੀ ਲਾਜ ਨਹੀਂ, ਸਾਡਾ ਜਿਹੜਾ ਦੁਸ਼ਮਣ ਹੈ ਉਹ ਸੁੱਖ ਨਾਲ ਵਸਦਾ ਹੈ। ਬਲ ਛਲ ਕਰ ਜਾਦੂ ਅਦਿਕ ਤਸ ਪਾਵਕ ਹੰਤਾ। ਉਹਨੇ ਵਲ ਛਲ ਕਰਕੇ ਜਾਦੂ ਕਰਕੇ ਤੇਰੇ ਚਾਚੇ ਨੂੰ ਸੁਲੇ ਖਾਂ ਨੂੰ ਅੱਗ ਦੇ ਵਿੱਚ ਧਸਾ ਕੇ ਮਾਰ ਦਿੱਤਾ, ਸਾੜ ਦਿੱਤਾ ਹੈ। ਯਤਨ ਬਨਿਓ ਨੇ ਮੋਏ ਤੇ ਚਿਤਵਤ ਚਿਤ ਨੀਤਾ। ਇਹ ਦੀਵਾਨ ਜੀ ਮੈਂ ਤਾਂ ਉਦੋਂ ਦਾ ਮਨ 'ਚ ਯਤਨ ਚਿਤਵ ਰਿਹਾ, ਪਰ ਮੇਰੇ ਕੋਲੋਂ ਯਤਨ ਹੋ ਨਹੀਂ ਸੀ ਰਿਹਾ। ਇੱਥੋਂ ਪਤਾ ਲੱਗਦਾ ਕਿ ਸੁਲਭੀ ਖਾਂ ਵਰਗੇ, ਮੁਰਤਜ਼ਾ ਖਾਂ ਵਰਗੇ ਜਿਹੜੇ ਬਾਦਸ਼ਾਹ ਦੇ ਨਿਕਟ ਵਰਤੀ ਸੀ ਉਹ ਪਹਿਲਾਂ ਹੀ ਗੁਰੂ ਘਰ ਦੇ ਵਿਰੋਧੀ ਸਨ ਅੰਦਰ ਖਾਤੇ। ਸੁਲੀ ਖਾਂ ਵੀ, ਪਰ ਜਹਾਂਗੀਰ ਵੀ ਵਿਰੋਧੀ ਸੀ, ਉਹ ਆਪਣਾ ਆਪ ਨਹੀਂ ਸੀ ਸ਼ੋਅ ਕਰਦਾ। ਉਹਦੇ ਕਈ ਅਹਿਲਕਾਰ ਜ਼ਰੂਰ ਵਿਰੋਧੀ ਸਨ। ਸ਼ੇਖ ਅਹਿਮਦ ਸਰਹੰਦੀ ਇੱਥੋਂ ਸਰਹੰਦ ਦਾ ਰਹਿਣ ਵਾਲਾ, ਉਹਨੇ ਵੀ ਬਾਦਸ਼ਾਹ ਨੂੰ ਇਸੇ ਸ਼ਰਤ ਦੇ ਉੱਤੇ ਜਹਾਂਗੀਰ ਨੂੰ ਹਿੰਦੁਸਤਾਨ ਦਾ ਬਾਦਸ਼ਾਹ ਬਣਾਇਆ, ਕਿਉਂਕਿ ਅਕਬਰ ਨਹੀਂ ਸੀ ਚਾਹੁੰਦਾ ਜਹਾਂਗੀਰ ਨੂੰ ਬਾਦਸ਼ਾਹ ਬਣਾਉਣਾ, ਕਿਉਂਕਿ ਜਹਾਂਗੀਰ ਸ਼ਰਾਬੀ ਸੀ। ਉਹ ਇਹਦੇ ਲੜਕੇ ਸ਼ਹਿਜ਼ਾਦੇ ਖੁਸਰੋ ਨੂੰ ਰਾਜਾ ਬਣਾਉਣਾ ਚਾਹੁੰਦਾ। ਉਹਦੀ ਮੌਤ ਤੋਂ ਬਾਅਦ ਸ਼ਹਿਜ਼ਾਦੇ ਖੁਸਰੋ ਨੂੰ ਬਾਗੀ ਕਰ ਦਿੱਤਾ ਇਹਨਾਂ ਨੇ। ਉਹ ਸ਼ੇਖ ਅਹਿਮਦ ਸਰਹੰਦੀ ਤੇ ਮੁਰਤਜ਼ਾ ਖਾਂ ਵਰਗਿਆਂ ਦਾ ਰਾਜ ਸੀ, ਇਹਨਾਂ ਦਾ ਹੁਕਮ ਚੱਲਦਾ ਸੀ ਉਸ ਵੇਲੇ। ਇਹਨਾਂ ਨੇ ਜਹਾਂਗੀਰ ਨੂੰ ਤਖਤ ਤੇ ਬਿਠਾਇਆ ਔਰ ਇੱਕ ਸ਼ਰਤ ਰੱਖੀ ਸੀ ਅਹਿਮਦ ਸਰਹੰਦੀ ਨੇ, ਸ਼ੇਖ ਅਹਿਮਦ ਸਰਹੰਦੀ ਨੇ, ਕਿ ਤੈਨੂੰ ਮੇਰਾ ਇੱਕ ਕੰਮ ਕਰਨਾ ਪੈਣਾ। ਗੁਰੂ ਅਰਜਨ ਦੇਵ ਸਾਹਿਬ ਦੀ ਝੂਠ ਦੀ ਦੁਕਾਨ ਹੈ, ਉਹ ਤੈਨੂੰ ਬੰਦ ਕਰਨੀ ਪੈਣੀ ਉਹਨਾਂ ਨੂੰ ਮਾਰ ਕੇ, ਕਿਉਂਕਿ ਉਹ ਬਹੁਤ ਸਾਰੇ ਮੁਸਲਮਾਨਾਂ ਨੂੰ ਵੀ ਆਪਣਾ ਮੁਰੀਦ ਬਣਾ ਰਹੇ ਨੇ। ਕਈ ਮੁਸਲਮਾਨ ਵੀ ਕਾਫਰ ਬਣ ਰਹੇ ਨੇ। ਇਹ ਸ਼ਬਦ ਲਿਖੇ ਤੂੰ ਅੰਦਰੋਂ ਖਾਤੇ ਤਾਂ ਵਿਉਂਤਬੰਦੀਆਂ ਬਹੁਤ ਸਨ, ਪਰ ਜਹਾਂਗੀਰ ਦਾ ਪਾਪ ਉਗੜ ਕੇ ਉਸ ਵੇਲੇ ਲੋਕਾਂ ਦੇ ਸਾਹਮਣੇ ਨਹੀਂ ਆਇਆ। ਉਹ ਸਮਾਂ ਬੀਤਣ ਤੋਂ ਬਾਅਦ ਵਿੱਚ ਸਾਹਮਣੇ ਆਇਆ ਕਿ ਇਹਦੇ ਵਿੱਚ, ਕਿਉਂਕਿ ਕਿਹੜੀਆਂ ਰਾਜ ਸੱਤਾਵਾਂ ਉਸ ਵੇਲੇ ਵਿਰੋਧ ਕਰਦੀਆਂ ਨੇ, ਕਿਹੜੇ ਸ਼ਖਸ ਉਸ ਵੇਲੇ ਵਿਰੋਧ ਕਰਦੇ ਨੇ, ਉਦੋਂ ਕਈ ਵਾਰ ਪਤਾ ਨਹੀਂ ਲੱਗਦਾ। ਜਦੋਂ ਸਮਾਂ ਬੀਤਦਾ ਤੇ ਬਾਅਦ ਵਿੱਚ ਫਿਰ ਸ਼ੀਸ਼ੇ ਵਾਂਗੂ ਗੱਲ ਸਾਫ਼ ਹੋ ਜਾਂਦੀ। ਪਰ ਉਸ ਸਮੇਂ ਜਹਾਂਗੀਰ ਆਪਣੇ ਆਪ ਨੂੰ ਨੇ ਸਾਫ਼ ਹੀ ਰੱਖਿਆ, ਤੋੜ ਤਾਈਂ। ਭਾਈ ਸੰਤੋਖ ਸਿੰਘ ਜੀ ਨੇ ਵੀ ਉਹਨੂੰ ਉਸੇ ਤਰ੍ਹਾਂ ਹੀ ਵਰਣਨ ਕੀਤਾ ਜਿਵੇਂ ਜਹਾਂਗੀਰ ਆਪਣੇ ਆਪ ਨੂੰ ਸਾਫ਼ ਰੱਖਿਆ। ਤਦੇ ਚੰਦੂ ਕੋਲੋਂ ਮਹਾਰਾਜ ਜੀ ਨੇ ਬਦਲਾ ਲਿਆ, ਜਹਾਂਗੀਰ ਕੋਲੋਂ ਨਹੀਂ, ਗੁਰੂ ਹਰਗੋਬਿੰਦ ਸਾਹਿਬ। ਖੈਰ, ਚੰਦੂ ਨੂੰ ਸੁਲਭੀ ਖਾਂ ਕਹਿ ਰਿਹਾ, ਕਹਿੰਦਾ ਮੈਂ ਬੜੇ ਚਿਰ ਦਾ ਚਿਤਵ ਰਿਹਾ ਸੀ, ਪਰ ਮੈਨੂੰ ਕੋਈ ਉਪਾਅ ਨਹੀਂ ਸੀ ਦਿਸਦਾ। ਹਾਂਜੀ, ਸਮਝਿਓ ਆਜ ਪ੍ਰਸੰਗ ਕੋ ਆਇਓ ਤਰ ਪ੍ਰੀਤਾ। ਅੱਜ ਜਦੋਂ ਚੰਦੂ ਤੂੰ ਗੱਲਾਂ ਕਰਦਾ ਸੀ ਬਾਦਸ਼ਾਹ ਨਾਲ ਬੈਠਾ, ਤੇ ਮੈਂ ਸਾਰਾ ਪ੍ਰਸੰਗ ਭਾਂਪ ਗਿਆ, ਤੇਰੀ ਰਮਜ ਸਮਝ ਗਿਆ ਕਿ ਤੇਰੇ ਅੰਦਰ ਗੁਰੂ ਸਾਹਿਬ ਦੇ ਪ੍ਰਤੀ ਵਿਰੋਧ ਹੈ, ਤੇ ਮੈਂ ਇਹ ਗੱਲ ਸਮਝ ਕੇ ਭਾਂਪ ਕੇ ਅੱਜ ਤੇਰੇ ਕੋਲ ਆਇਆ ਹਾਂ। ਸੁਨ ਚੰਦੂ ਹਰਖਿਓ ਹਿਰਦੇ ਜੇ ਇਮ ਕਰ ਆਵੇਂ। ਸੁਣ ਕੇ ਚੰਦੂ ਬੜਾ ਖੁਸ਼ ਹੋਇਆ ਤੇ ਬੋਲਿਆ, ਕਹਿਣ ਲੱਗਾ ਸੁਲਭੀ ਖਾਂ, ਜੇ ਤੂੰ ਆਹ ਕੰਮ ਕਰਕੇ ਆ ਜਾਵੇਂ, ਸਦਾ ਆਫਰੀ ਤੋਹੇ ਕੋ ਸਭ ਕਸ਼ਟ ਮਿਟਾਵੇਂ। ਫਾਰਸੀ ਵਿੱਚ ਕਹਿੰਦੇ ਨੇ ਆਫਰੀਨ, ਯਾਨੀ ਕਿ ਸ਼ਾਬਾਸ਼। ਕਹਿੰਦਾ ਸਦਾ ਤੇਰੇ ਲਈ ਸ਼ਾਬਾਸ਼ ਹੈ ਮੇਰੇ ਵੱਲੋਂ, ਜੇ ਤੂੰ ਆਹ ਕੰਮ ਕਰਕੇ ਆ ਜਾਵੇਂ, ਤੂੰ ਮੇਰਾ ਕਸ਼ਟ ਮਿਟਾ ਦੇਵੇਂ। ਪ੍ਰਾਤ ਸਮੀਪੀ ਰਹੋ ਤੁਮ ਜਬ ਅਵਸਰ ਪਾਓ। ਕਹਿੰਦਾ ਕੱਲ ਸਵੇਰੇ ਤੂੰ ਮੇਰੇ ਨਾਲ ਹੀ ਰਹੀਂ ਬਾਦਸ਼ਾਹ ਦੇ ਕੋਲ, ਤੂੰ ਮੇਰੇ ਕੋਲ ਹੀ ਬੈਠਾ ਰਹੀਂ, ਮੈਂ ਬਾਦਸ਼ਾਹ ਦੇ ਕੋਲ ਬੈਠਾਂਗਾ। ਜਦੋਂ ਮੈਨੂੰ ਮੌਕਾ ਲੱਭਾ, ਜਦੋਂ ਮੈਨੂੰ ਦਾ ਲੱਗਾ, ਬਾਦਸ਼ਾਹ ਕੋਲ ਮੈਂ ਤੇਰੀ ਗੱਲ ਚਲਾਵਾਂਗਾ। ਆਜ ਸਮਾਨ ਮਿਲਾਪ ਹੋਏ ਕੈ ਸ਼ਾਹ ਰਿਝਾਉ। ਜਿਵੇਂ ਅੱਜ ਬਾਦਸ਼ਾਹ ਨਾਲ ਮੇਰਾ ਮਿਲਾਪ ਹੋਇਆ ਸੀ, ਜੇ ਕੱਲ ਵੀ ਬਾਦਸ਼ਾਹ ਨਾਲ ਇਸੇ ਤਰ੍ਹਾਂ ਮੁਲਾਕਾਤ ਹੋ ਗਈ ਤੇ ਮੈਂ ਬਾਦਸ਼ਾਹ ਨੂੰ ਖੁਸ਼ ਕਰ ਲਵਾਂਗਾ।
ਬਾਦਸ਼ਾਹ ਨੂੰ ਪ੍ਰਸੰਨ ਕਰ ਲਵਾਂਗਾ। ਤਬੇ ਪ੍ਰਸੰਗ ਚਲਾਏ ਹੋ ਤਸ ਕਰਨ ਬਡੇਰਾ। ਮੈਂ ਜਿਹੜੀ ਗੱਲ ਅੱਜ ਛੇੜੀ ਸੀ ਚੋਰਾਂ ਵਾਲੀ, ਉਹ ਕੱਲ ਫੇਰ ਛੇੜਾਂਗਾ। ਕੱਲ ਫੇਰ ਮੈਂ ਉਹ ਗੱਲ ਚਲਾਵਾਂਗਾ ਵੀ ਗੁਰੂ ਸਾਹਿਬ ਦੇ ਕੋਲ ਚੋਰ ਹਨ। ਕਰੋ ਉਗਾਈ ਮਦਦ ਤੇ ਕਰੋ ਉਗਾਈ ਮਦਦ ਕੋ ਪਾਟਿਓ ਕੋ ਡੇਰਾ। ਤੇ ਤੂੰ ਕੋਲ ਬੈਠਾ ਬਸ ਹਾਮੀ ਭਰਦੀ ਮੇਰੀ ਗੱਲ ਵਿੱਚ। ਮੇਰੀ ਗੱਲ ਹੋਰ ਵਜਨ ਵਾਲੀ ਹੋ ਜਾਏਗੀ ਜੇ ਤੂੰ ਵੀ ਹਾਮੀ ਭਰ ਦੇਂਗਾ। ਤੇ ਜੇ ਬਾਦਸ਼ਾਹ ਪੁੱਛੇਗਾ ਵੀ ਫਿਰ ਕੀ ਕਰੀਏ, ਤੇ ਮੈਂ ਕਹਿ ਦਿਆਂਗਾ ਜੀ ਸੁਲਭੀ ਖਾਨ ਨੂੰ ਭੇਜੋ ਅੰਮ੍ਰਿਤਸਰ, ਪਹਿਲਾਂ ਇਹ ਜਾ ਕੇ ਪੜਤਾਲ ਕਰੇ। ਬਸ ਬਹਾਨਾ ਮਿਲ ਜਾਏਗਾ, ਤੂੰ ਚਲਾ ਜਾਏਗਾ, ਆਪਣਾ ਕੰਮ ਬਣ ਜਾਣਾ। ਇਦਾਂ ਦੀਆਂ ਵਿਉਂਤ ਬੰਦੀਆਂ ਚੰਦੂ ਤੇ ਸੁਲਭੀ ਖਾਂ ਬਣਾ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ 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 ਅਵਿਸਰ ਨਾਹੀਂ ਦਾਤਾਰ ਵਿਸਰ ਨਾਹੀਂ ਦਾਤਾਰ ਸਰਨਾਈ ਦਾਤਾਰ ਵਿਸਰ ਨਾਈ ਦਾਤਾਰ ਵਿਸਰ ਨਾਹੀਂ ਦਾਤਾਰ ਵਿਸਰ ਨਾਹੀਂ ਦਾਤਾਰ ਸਰਨਾਈ ਦਾਤਾਰ ਵਿਸਰ ਨਾਈ ਦਾਤਾਰ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਆਪਣਾ ਨਾਮ ਦਿਓ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਨਾਨਕ ਚਾਉਏ ਹੋ ਨਾਨਕ ਚਾਉਏ ਹੋ ਨਾਨਕ ਚਾਓਏ ਓ ਨਾਨਕ ਚਾਓਏ ਓ ਵਾਹਿਗੁਰੂ 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 ਵਾਹਿਗੁਰੂ